ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਕਰਦਾ ਬਿਲਕੁਲ ਠੀਕ ਹੋਵੋਗੇ। ਤੇ ਤੁਹਾਡੇ ਵਾਸਤੇ ਭਾਈ ਅੱਜ ਲੈ ਕੇ ਆਪਣਾ ਲੈਕਚਰ ਨੰਬਰ 4। ਇਹ ਲੈਕਚਰ ਨੰਬਰ 4 ਤੋਂ ਬਾਅਦ ਤੁਹਾਨੂੰ PDF ਵੀ ਮਿਲੂਗਾ। ਠੀਕ ਹੈ, ਲੈਕਚਰ ਨੰਬਰ 4 ਤੋਂ ਬਾਅਦ ਤੁਹਾਨੂੰ PDF ਪ੍ਰੋਵਾਈਡ ਕਰਵਾ ਦੂੰਗਾ ਕੱਲ੍ਹ ਜਾਂ ਪਰਸੋਂ ਤੱਕ ਮੈਂ। ਓਕੇ। ਤੇ ਰਹੀ ਗੱਲ ਮੈਥ ਦੀ ਬੱਚੋ, ਮੈਥ ਦੀ ਤੁਸੀਂ ਟੈਨਸ਼ਨ ਨਾ ਲਓ। ਮੈਥ ਦਾ ਲੈਕਚਰ ਅੱਜ ਕਿਸੇ ਵੀ ਹਾਲਤ ਦੇ ਵਿੱਚ ਮੈਂ ਤੁਹਾਡਾ ਸ਼ਾਮ ਨੂੰ ਲਾਊਂਗਾ, ਕਿਉਂਕਿ ਕੱਲ੍ਹ ਵੀ ਮੈਨੂੰ ਆਪਦੇ ਬਹੁਤ ਪਰਸਨਲ ਜ਼ਰੂਰੀ ਕੰਮ ਹੋ ਗਏ ਸੀ, ਤਾਂ ਕਰਕੇ ਮੈਨੂੰ ਉੱਧਰ ਜਾਣਾ ਪੈ ਗਿਆ। ਠੀਕ ਹੈ, ਅਤੇ ਤੁਹਾਨੂੰ ਪਤਾ ਕਿ ਬਾਕੀ ਇਹ ਟਾਈਪਿੰਗ ਕਰਨ 'ਤੇ ਵੀ ਟਾਈਮ ਲੱਗਦਾ, ਵੈਸੇ ਉਹ ਮੈਥ ਦੀ ਟਾਈਪਿੰਗ ਕਰਨੀ ਥੋੜ੍ਹੀ ਜ਼ਿਆਦਾ ਔਖੀ ਹੁੰਦੀ ਹੈ। ਠੀਕ ਹੈ, ਅਤੇ ਕਿਉਂਕਿ ਸਵਾਲ ਵੀ ਕੱਢ ਕੇ ਲਿਆਉਣੇ, ਸਾਰਾ ਕੁਛ ਕਰਨ 'ਤੇ ਟਾਈਮ ਲੱਗ ਜਾਂਦਾ। ਉਹ ਤੁਹਾਨੂੰ ਅੱਜ ਮੈਂ ਦੋ ਤਿੰਨ ਲੈਕਚਰਾਂ 'ਚ ਆਪਾਂ ਨਿਬੇੜ ਦਾਂਗੇ, ਕੋਈ ਗੱਲ ਨਹੀਂ। ਇੱਕ ਲੈਕਚਰ ਅੱਜ ਮਿਲ ਜੂਗਾ ਸ਼ਾਮ ਨੂੰ ਤੁਹਾਨੂੰ 8-9 ਵਜੇ, ਅਤੇ 2 ਲੈਕਚਰ ਕੱਲ੍ਹ ਨੂੰ ਪ੍ਰੋਵਾਈਡ ਕਰਵਾ ਦੂੰਗਾ ਤੁਹਾਨੂੰ ਰੇਸ਼ੋ 'ਤੇ। ਠੀਕ ਹੈ, ਉਹਦੇ ਤੁਹਾਡਾ ਇੱਕ ਇਕਾਈ ਨਿਬੜ ਜੂਗੀ। ਫਿਰ ਆਪਾਂ ਛੇ ਦੀ ਮੈਥ ਦਾ ਅਤੇ ਇਹਦਾ ਸਿਲੇਬਸ ਕੰਪਲੀਟ ਕਰਕੇ ਰੀਜ਼ਨਿੰਗ ਦੀ ਤੁਸੀਂ ਟੈਨਸ਼ਨ ਲਓ, ਰੀਜ਼ਨਿੰਗ ਆਪਾਂ ਚੱਕਾਂਗੇ ਹਜੇ ਥੋੜ੍ਹੇ ਟਾਈਮ ਤੱਕ। ਠੀਕ ਹੈ, ਅਤੇ ਇੰਗਲਿਸ਼ ਦੀ ਵੀ ਲਾਇਆ ਕਰਾਂਗੇ ਆਪਾਂ ਲੈਕਚਰ ਮੰਡੇ ਤੋਂ। ਓਕੇ, ਮੰਡੇ ਤੋਂ ਜਿਹੜੇ ਤੁਹਾਨੂੰ ਲੈਕਚਰ ਕਿਹਾ ਸਿਰਫ ਉਹੀ ਲੱਗਿਆ ਕਰਨੇ। ਇੰਗਲਿਸ਼ ਮੈਂ ਬਕੈਬ ਕਰਵਾਊਂਗਾ ਅਤੇ ਦੂਸਰੀਆਂ ਚੀਜ਼ਾਂ ਨਹੀਂ ਕਰਵਾਊਂਗਾ। ਠੀਕ ਹੈ, ਅਤੇ ਦੇਖੋ ਬੱਚਿਓ, ਇੱਕ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਆ ਕਰੋ, ਕਹਿਣ ਦੀ ਲੋੜ ਨਾ ਪਿਆ ਕਰੇ। ਇੱਕ ਸ਼ੇਅਰ ਅਤੇ ਇੱਕ ਆਪਣਾ ਚੈਨਲ ਸਬਸਕ੍ਰਾਈਬ ਕਰਿਆ ਕਰੋ। ਵਿੱਚ ਤਾਂ ਬੱਚੇ ਬਹੁਤ ਵਧੀਆ ਕਿ ਜਿਹਨੂੰ ਕੁਛ ਕਹਿਣ ਦੀ ਲੋੜ ਹੀ ਨਹੀਂ ਪੈਂਦੀ, ਆਪ ਹੀ ਕਰ ਦਿੰਦੇ ਆ। ਵਿੱਚ ਮੇਰੇ ਅੱਗੇ ਵਿਚਾਰੇ ਭੁੱਲ ਜਾਂਦੇ ਆ। ਠੀਕ ਹੈ, ਅਤੇ ਚਲੋ ਜੀ, ਅੱਜ ਆਪਾਂ ਸ਼ੁਰੂ ਕਰਨ ਲੱਗੇ ਆਪਣਾ ਪਹਿਲਾ ਲੈਕਚਰ। ਕਿਵੇਂ ਲੱਗ ਰਿਹਾ ਇਹ ਲੈਕਚਰ ਤੁਹਾਨੂੰ ਦੱਸੋ, ਸੀਰੀਜ਼ ਕਿਵੇਂ ਲੱਗ ਰਹੀ ਹੈ। ਬਹੁਤ ਮਿਹਨਤ ਨਾਲ ਸੀਰੀਜ਼ ਤਿਆਰ ਕੀਤੀ ਜਾਂਦੀ ਤੁਹਾਡੇ ਵਾਸਤੇ। ਠੀਕ ਹੈ, ਅਤੇ ਚਲੋ, ਕਹਿੰਦੇ ਰਾਮ ਚਰਿਤਰ ਮਾਨਸ ਕਿਸ ਦੁਆਰਾ ਲਿਖੀ ਗਈ ਕਿਤਾਬ ਹੈ। ਦੇਖੋ ਬੱਚੋ, ਜਿਹੜੇ ਵੀ ਤੁਹਾਨੂੰ ਪ੍ਰਸ਼ਨ ਮਿਲਣਗੇ ਇਹ 'ਚ ਤੁਹਾਨੂੰ ਜਿਹੜੇ ਪੰਜਾਬ ਦੇ ਪੇਪਰ ਹੁਣ ਹੋਏ ਵੇ, ਜੇ ਮੇਰੇ ਤਾਂ ਮੈਨੂੰ ਬਹੁਤ ਦੁੱਖ ਹੋਇਆ ਕਿ ਇਹ ਸੀਰੀਜ਼ ਜਿਹੜੀ ਮੈਂ ਕਰਵਾ ਰਿਹਾ ਤੁਹਾਨੂੰ ਅੱਜ ਤੋਂ ਮੈਂ 1 ਸਾਲ ਪਹਿਲਾਂ ਜਾਂ 6 ਮਹੀਨੇ ਪਹਿਲਾਂ ਕਿਉਂ ਨਹੀਂ ਕਰਵਾਈ। ਕਿਉਂਕਿ ਇਹਦੇ ਵਿੱਚ ਹੀ SSB ਦੇ ਕਲਰਕ ਦੇ ਵਿੱਚੋਂ ਬਹੁਤ ਆਪਰੇਸ਼ਨ ਇਹਦੇ ਵਿੱਚੋਂ ਆਏ ਹੋਏ ਆ, ਬਾਰਡ ਅਟੈਂਡੈਂਟ ਦੇ ਬਹੁਤ ਆਪਰੇਸ਼ਨ ਇਹਦੇ ਵਿੱਚੋਂ ਆਏ ਹੋਏ ਆ, ਅਤੇ ਹੋਰ ਵੀ ਪੰਜਾਬ ਦੇ ਪੇਪਰਾਂ ਦੇ ਵਿੱਚ ਜਿਹੜੇ ਵੀ ਆਉਣੇ, ਅਤੇ FC ਦੇ ਲਗਭਗ ਤੁਹਾਨੂੰ ਦੱਸੀ ਜਾਂਦੇ ਕਿ ਸਾਰੇ ਆਪਰੇਸ਼ਨ ਇਹਦੇ ਵਿੱਚ ਆਉਣਗੇ। ਤੁਹਾਨੂੰ ਆਪ ਹੀ ਪਤਾ ਲੱਗਦਾ ਹੋਊਗਾ, ਜੇ ਤੁਸੀਂ ਪੜ੍ਹਦੇ ਹੋਵੋਗੇ ਤੁਹਾਨੂੰ ਆਪ ਹੀ ਚੀਜ਼ ਮਹਿਸੂਸ ਹੁੰਦੀ ਹੋਊਗੀ, ਯਾਰ ਕੋਈ ਚੀਜ਼ ਰਹਿ ਤਾਂ ਰਹੀ ਨਹੀਂ ਮਗਰ, ਸਾਰਾ ਕੁਛ ਤਾਂ ਆਪਾਂ ਕਵਰ ਕਰੀ ਜਾਂਦੇ ਹਾਂ। ਮਹਿਸੂਸ ਹੁੰਦਾ ਨਾ, ਇਹ ਕੌਨਫੀਡੈਂਸ ਵੱਧਦਾ ਬੱਚੇ ਦਾ ਇਹ ਚੀਜ਼ ਦੇਖ ਕੇ, ਯਾਰ ਕੁਛ ਰਹਿ ਤਾਂ ਗਿਆ ਨਹੀਂ ਮਗਰ, ਆ ਜੇ ਕਿੱਥੋਂ ਫਰੀ ਹੁੰਦਾ। ਤੁਸੀਂ ਐਂ ਕਹਿੰਦੇ ਹੋ ਕਿ ਪੇਪਰ ਆ ਜੇ ਛੇਤੀ ਬਸ। ਤੁਸੀਂ ਦੇਖੋ, ਜਦੋਂ ਆਪਾਂ 1500 MCQ ਕਰ ਲਿਆ, ਮੈਨੂੰ ਨਹੀਂ ਲੱਗਦਾ ਤੁਹਾਨੂੰ ਕੋਈ ਥਿਊਰੀ ਚੱਕਣੀ ਪਊਗੀ, ਤੁਹਾਨੂੰ ਕੋਈ ਕਿਤਾਬ ਚੱਕਣੀ ਪਊਗੀ। ਬਸ ਜਿੱਦੇ ਤੁਸੀਂ ਆਹ 1500 MCQ ਕਰ ਲਿਆ, ਉਹਦੇ ਤੁਸੀਂ ਹੱਥ 'ਤੇ ਹੱਥ ਧਰ ਕੇ ਬਹਿ ਜਾਓ ਅਤੇ ਇਹੀ ਰਿਵੀਜ਼ਨ ਕਰੀ ਚੱਲਿਓ ਵਾਰੀ ਵਾਰੀ। ਉਸ ਤੋਂ ਬਾਅਦ ਆਪਾਂ ਮੈਥ 'ਤੇ ਜ਼ੋਰ ਜ਼ਿਆਦਾ ਲਾਉਣਾ, ਬਸ ਤੁਸੀਂ ਪਰਫੈਕਟ ਬਣ ਜਾਓਗੇ ਅਤੇ ਕੋਈ ਮਰਜ਼ੀ ਪੇਪਰ ਆ ਜੀ ਤੁਹਾਡੇ ਵਾਸਤੇ, ਕਿਉਂਕਿ ਸਟੈਟਿਕ GK ਕਦੇ ਬਦਲਦੀ ਨਹੀਂ ਹੁੰਦੀ। ਰਹੀ ਗੱਲ ਕਰੰਟ ਅਫੇਅਰ ਦੀ, ਕਰੰਟ ਅਫੇਅਰ ਆਪਾਂ ਮੌਕੇ 'ਤੇ ਕਰਾਂਗੇ। ਰਾਮ ਚਰਿਤਰ ਮਾਨਸ ਕਿਸ ਦੁਆਰਾ ਲਿਖੀ ਗਈ ਹੈ। ਕਾਲੀਦਾਸ ਦੁਆਰਾ, ਤੁਲਸੀਦਾਸ ਦੁਆਰਾ, ਹੀਰਦਾਸ ਦੁਆਰਾ, ਸੂਫੀ ਕਬੀਰ ਜੀ ਦੁਆਰਾ। ਇੱਥੋਂ ਐਲੀਮੀਨੇਟ ਕਰ ਲਿਆ ਕਰੋ ਕਿ ਸੂਫੀ ਕਬੀਰ ਜੀ ਦਾ ਨਾਂ ਤਾਂ ਇਹਦੇ 'ਚ ਆ ਨਹੀਂ ਸਕਦਾ, ਹੀਰਦਾਸ ਨਾਂ ਦਾ ਕੋਈ ਬੰਦੀ ਨਹੀਂ ਹੈਗਾ ਮੇਰੀ ਨਿਗਾਹ ਦੇ ਵਿੱਚ। ਹੁਣ ਉਲਝਣ ਇੱਥੇ ਪੈਂਦੀ ਹੈ ਕਾਲੀਦਾਸ ਅਤੇ ਤੁਲਸੀਦਾਸ। ਹੁਣ ਬਾਹਲੇ ਬੱਚੇ ਲਾ ਕੇ ਆਉਣਗੇ ਆਨਸਰ ਕਾਲੀਦਾਸ, ਪਰ ਰਾਮ ਚਰਿਤਰ ਮਾਨਸ ਜਿਹੜੀ ਲਿਖੀ ਸੀ ਇਹ ਤੁਲਸੀਦਾਸ ਨੇ ਲਿਖੀ ਸੀ। B ਨੰਬਰ ਆਪਸ਼ਨ ਦਾ ਬਿਲਕੁਲ ਸਹੀ ਆਨਸਰ ਹੈ। ਠੀਕ ਹੈ, ਕਾਲੀਦਾਸ ਦਾ ਇੱਕ ਹੋਰ ਨਾਮ ਆਗਾ, ਉਹ ਤੁਸੀਂ ਦੱਸਣਾ ਕੀ ਨਾਮ ਆ ਕਾਲੀਦਾਸ ਦਾ। ਠੀਕ ਹੈ ਜੀ, ਅਤੇ ਇੱਕ ਗੱਲ ਤੁਹਾਡੇ ਹੋਰ ਕਰਨੀ ਸੀ, ਜਿਹੜੀ ਪਿਛਲੀ ਵਾਰ ਮੈਂ ਪਹਿਲੀ ਮੈਟਰੋ ਟ੍ਰੇਨ ਕਰਵਾ ਕੇ ਗਿਆ ਸੀ, ਮੈਟਰੋ ਟ੍ਰੇਨ। ਠੀਕ ਹੈ ਬੱਚਿਓ, ਉਹ ਸਹੀ ਕਰ ਲਿਓ। ਉਹ ਕਲਕੱਤਾ ਦੇ ਵਿੱਚ ਚੱਲੀ ਸੀ, ਕਿਉਂਕਿ ਮੈਂ ਜੋ ਡਿਟੇਲ ਦੇ ਵਿੱਚ ਆਪਰੇਸ਼ਨ ਬਣਾਉਣ ਦਾ ਕਈ ਵਾਰੀ ਆਪ ਦੇ ਵਿੱਚ ਹੀ ਮਿਸਟੇਕ ਹੋ ਜਾਂਦੀ ਹੈ। ਠੀਕ ਹੈ ਜੀ, ਅਤੇ ਇੱਕ ਮੈਂ ਤੁਹਾਨੂੰ ਪਹਿਲਾ ਆਪਰੇਸ਼ਨ ਵੈਸੇ ਤਾਂ ਪਹਿਲੀ ਵਾਰ ਸਹੀ ਸਮਝਾ ਗਿਆ, ਦੂਜੀ ਵਾਰ ਮੈਂ ਕਨਫਿਊਜ਼ਨ ਦੇ ਵਿੱਚ ਗਲਤ ਕਰਵਾ ਗਿਆ। ਉਹ ਦੁਬਾਰੇ ਫੇਰ ਸੁਣ ਲਓ। ਜਿਹੜੀ ਸੰਸਦ ਹੈ ਇਹਦਾ ਆਰਟੀਕਲ 79 ਦੇ ਵਿੱਚ ਆਉਂਦੀ ਹੈ। ਜਿਹੜੀ ਰਾਜ ਸਭਾ ਹੈਗੀ ਉਹ ਆਰਟੀਕਲ 80 ਦੇ ਵਿੱਚ ਆਉਂਦੀ ਹੈ। ਜਿਹੜੀ ਲੋਕ ਸਭਾ ਹੈਗੀ ਉਹ ਆਰਟੀਕਲ 81 ਦੇ ਵਿੱਚ ਆਉਂਦੀ ਹੈ। ਠੀਕ ਹੈ, ਤੁਹਾਨੂੰ ਪਹਿਲਾਂ ਜਦੋਂ ਆਪਰੇਸ਼ਨ ਕਰਵਾਉਂਦਾ ਸੀ ਉਦੋਂ ਮੈਂ ਡਿਟੇਲ 'ਚ ਸਹੀ ਦੱਸ ਗਿਆ, ਬਾਅਦ ਵਿੱਚ ਮੈਥੋਂ ਭੁਲੇਖੇ 'ਚ ਪਤਾ ਨਹੀਂ ਲੱਗਿਆ ਮੈਂ ਕੀ ਕਹਿ ਗਿਆ। ਠੀਕ ਹੈ, ਕਿਉਂਕਿ ਮੇਰਾ ਨਾ ਜਦੋਂ ਮੈਂ ਵੀਡੀਓ ਪੜਾਉਣਾ ਹੁੰਦਾ ਉਦੋਂ ਮੇਰਾ ਮਾਈਂਡ ਵਾਲੇ ਪਾਸੇ ਹੁੰਦਾ ਗਾ ਕਿ ਆਹ ਵੀ ਚੀਜ਼ ਨਾ ਰਹਿ ਜੇ, ਆਹ ਵੀ ਚੀਜ਼ ਨਾ ਰਹਿ ਜੇ। ਠੀਕ ਹੈ, ਤਾਂ ਇਹਦਾ ਆਨਸਰ ਹੈਗਾ ਤੁਲਸੀਦਾਸ। ਰਾਮ ਚਰਿਤਰ ਮਾਨਸ ਦੁਆਰਾ ਕਿਹੜੀ ਕਿਤਾਬ ਲਿਖੀ ਗਈ ਸੀ, ਤੁਲਸੀਦਾਸ ਲਿਖੀ ਗਈ ਸੀ। ਠੀਕ ਹੈ, ਆਹ ਨਾਲ ਦੇ ਨਾਲ ਦੇਖ ਲਿਆ ਕਰੋ ਅੱਡ, ਕਿਉਂਕਿ ਇਹ ਬਹੁਤ ਇੰਪੋਰਟੈਂਟ ਆ ਪੇਪਰ ਦੇ ਪੁਆਇੰਟ ਆਫ ਵਿਊ ਤੋਂ, ਜਿਹੜਾ ਅਲੱਗ ਪੁਆਇੰਟ ਲਿਖਾਉਣਾ ਗਾ। ਆਨੰਦ ਮੱਠ ਵਿਕਰਮ ਚੈਟਰਜੀ ਦੁਆਰਾ ਲਿਖੀ ਗਈ ਹੈ। ਕਿਹਦੇ ਦੁਆਰਾ ਲਿਖੀ ਗਈ ਹੈ, ਵਿਕਰਮ ਚੈਟਰਜੀ ਦੁਆਰਾ। ਇੰਡੀਆ ਡਿਵਾਈਡਡ ਕਿਹਦੇ ਦੁਆਰਾ ਲਿਖਿਆ, ਕੋਈ ਪੇਪਰ ਨਹੀਂ ਹੈਗਾ ਜਿਹਦੇ ਵਿੱਚ ਆਹ ਆਪਰੇਸ਼ਨ ਨਾ ਆਵੇ। ਬਹੁਤ ਫੇਮਸ ਬੁੱਕ ਹੈ ਇਹ। ਇੰਡੀਆ ਡਿਵਾਈਡਡ ਕਿਹਦੇ ਦੁਆਰਾ ਲਿਖੀ ਗਈ ਹੈ, ਰਜਿੰਦਰ ਪ੍ਰਸਾਦ ਦੁਆਰਾ ਲਿਖੀ ਗਈ ਹੈ। ਅਨਹੈਪੀ ਇੰਡੀਆ ਲਾਲਾ ਲਾਜਪਤ ਰਾਏ ਦੁਆਰਾ ਲਿਖੀ ਗਈ ਹੈ। ਅਤੇ ਦਾ ਡਿਸਕਵਰੀ ਆਫ ਇੰਡੀਆ ਜਵਾਹਰ ਲਾਲ ਨਹਿਰੂ ਦੁਆਰਾ ਲਿਖੀ ਗਈ ਹੈ। ਬਹੁਤ ਜ਼ਿਆਦਾ ਇੰਪੋਰਟੈਂਟ ਫੈਕਟ ਹੋ ਜਾਂਦਾ ਪੇਪਰ ਦੇ ਪੁਆਇੰਟ ਆਫ ਵਿਊ ਤੋਂ। ਇਹ ਬੁੱਕਾਂ ਦਾ ਤੁਸੀਂ ਬਿਲਕੁਲ ਵੀ ਨਹੀਂ ਭੁੱਲਣੀਆਂ। ਆਨੰਦ ਮੱਠ, ਇੰਡੀਆ ਡਿਵਾਈਡਡ, ਅਨਹੈਪੀ, ਦਾ ਡਿਸਕਵਰੀ ਆਫ ਇੰਡੀਆ। ਪੰਜਾਬ ਦੇ ਸੈਂਟਰ ਦੇ ਪੁਰਾਣੇ ਪੇਪਰ ਚੱਕ ਕੇ ਦੇਖ ਲਓ, ਉਹਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਮਿਲਣਗੀਆਂ। ਦੂਸਰੀ ਗੱਲ, ਇਸ ਵਾਰ ਜਿਹੜੇ ਆਪਾਂ ਮੋਕ ਟੈਸਟ ਕਰਾਂਗੇ ਉਹ ਮੋਕ ਟੈਸਟ ਆਪਾਂ ਆਪਦੇ ਕੋਲੋਂ ਬਣਾ ਕੇ ਨਹੀਂ ਕਰਾਂਗੇ।
ਜਿਹੜੇ ਇਹਨਾਂ ਨੇ ਪੇਪਰ ਲੈਤੇ ਅੱਗੇ 22-23 ਪੇਪਰ ਲੈਤੇ ਇਹਨਾਂ ਨੇ ਉਹੀ ਕਰਾਂਗੇ ਆਪਾਂ ਡਿਟੇਲ ਦੇ ਵਿੱਚ, ਠੀਕ ਹੈ। ਇਹਨਾਂ ਵਿੱਚੋਂ ਕਿਹੜੀ ਰੇਂਜ ਨੂੰ ਹਿਮਾਂਦਰੀ ਰੇਂਜ ਕਿਹਾ ਜਾਂਦਾ ਹੈ? ਹਿਮਾਂਦਰੀ ਕਿਹੜੀ ਰੇਂਜ ਨੂੰ ਕਿਹਾ ਜਾਂਦਾ ਹੈ? ਟਰਾਂਸ ਹਿਮਾਲਿਆ ਨੂੰ, ਗ੍ਰੇਟਰ ਹਿਮਾਲਿਆ ਨੂੰ, ਮਿਡਲ ਹਿਮਾਲਿਆ ਨੂੰ ਕਿ ਸ਼ਿਵਾਲਿਕ ਹਿਮਾਲਿਆ ਨੂੰ? ਤਾਂ ਇਹਦਾ ਆਨਸਰ ਹੈਗਾ ਬੀ ਨੰਬਰ। ਜਿਹੜੀ ਗ੍ਰੇਟ ਹਿਮਾਲਿਆ ਹੈਗੀ ਉਹਨੂੰ ਹੀ ਕੀ ਕਿਹਾ ਜਾਂਦਾ? ਹਿਮਾਂਦਰੀ ਕਿਹਾ ਜਾਂਦਾ। ਇਹ ਇਸ ਤਰ੍ਹਾਂ ਆਉਂਦੀਆਂ ਰੇਂਜਾਂ। ਜਿਹੜੀ ਸਭ ਤੋਂ ਹੇਠ ਆ ਜਾਂਦੀ ਇਹਦਾ ਸ਼ਿਵਾਲਿਕ ਰੇਂਜ ਆ ਜਾਂਦੀ ਹੈ। ਇਹ ਆ ਜਾਂਦੀ ਆਪਣੀ ਗ੍ਰੇਟਰ, ਇਸ ਤੋਂ ਬਾਅਦ ਮਿਡਲ ਆਉਂਦੀ ਹੈ, ਠੀਕ ਹੈ। ਇਸ ਤਰ੍ਹਾਂ ਆਉਂਦੀ, ਕੋਈ ਬਾਹਲਾ ਡਿਟੇਲ 'ਚ ਜਾਣ ਦੀ ਲੋੜ ਨਹੀਂ, ਪਰ ਤੁਸੀਂ ਇਹਦੇ ਵਿੱਚ ਹਿਮਾਂਦਰੀ ਤੋਂ ਪ੍ਰਸ਼ਨ ਪੱਕੀ ਬਣਦਾ ਹੁੰਦਾ। ਗ੍ਰੇਟਰ ਹਿਮਾਲਿਆ ਯਾਦ ਕਰਨਾ ਹੈਗਾ। ਪੂਰੀ ਦੁਨੀਆ ਦੇ ਵਿੱਚ ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਔਰਤ ਕੌਣ ਬਣੀ ਹੈ? ਜਿਹੜੀ ਆਪਾਂ ਪਹਿਲਾਂ ਪੜ੍ਹ ਕੇ ਗਏ ਸੀ ਸੰਤੋਸ਼ ਯਾਦਵ, ਉਹ ਇੰਡੀਆ ਦੇ ਵਿੱਚ ਸੀ, ਠੀਕ ਹੈ। ਇਹਨਾਂ ਨੇ ਪੁੱਛਿਆ ਪੂਰੀ ਦੁਨੀਆ ਦੇ ਵਿੱਚ, ਉਹ ਟਵਾਈਸ, ਉਹ 2 ਵਾਰੀ ਚੜ੍ਹਨ ਵਾਲੀ ਸੀ, ਠੀਕ ਹੈ। ਮਾਊਂਟ ਐਵਰੈਸਟ 'ਤੇ ਚੜ੍ਹਨ ਵਾਲੀ ਪਹਿਲੀ ਮਹਿਲਾ ਕੌਣ ਬਣੀ? ਸਾਰੀ ਦੁਨੀਆ ਦੀ ਗੱਲ ਕਰ ਰਹੇ ਨੇ ਇਹ, ਠੀਕ ਹੈ। ਵਾਰ ਦੀ ਜੁਨਕੋ ਟਵਾਈ, ਅਲੇਰਾ ਕੋਨਿਕੇ, ਸਟੇਮਰਨੀਨਾ, ਅਪਰਨਾ ਕੁਮਾਰੀ। ਤਾਂ ਇਹਦਾ ਸਹੀ ਆਨਸਰ ਹੈਗਾ ਆਪਣਾ ਏ ਨੰਬਰ ਆਪਸ਼ਨ। ਜੁਨਕੋ ਟਵਾਈ ਹੈ ਜਿਹੜੀ, ਇਹ ਦੁਨੀਆ ਦੇ ਵਿੱਚ ਸਭ ਤੋਂ ਪਹਿਲਾਂ ਮਾਊਂਟ ਐਵਰੈਸਟ 'ਤੇ ਚੜ੍ਹੀ ਸੀ। ਹੁਣ ਆਹ ਮੇਨ ਫੈਕਟ ਯਾਦ ਕਰ ਲਿਓ ਆਪਾਂ 5-5 ਕਰਕੇ ਨਾ। ਇਹ ਫਸਟ ਇਨ ਇੰਡੀਆ ਹੈਗੀ ਹੈ, ਠੀਕ ਹੈ। ਇਹ ਔਰਤਾਂ ਜਿਹੜੀਆਂ ਰਖਾਈਆਂ ਇਹ ਫਸਟ ਇਨ ਇੰਡੀਆ, ਇਹ ਗੱਲ ਯਾਦ ਰੱਖੋ ਸਾਰੀਆਂ, ਠੀਕ ਹੈ। ਇਹ ਬਾਹਰ ਦੀਆਂ ਨਹੀਂ ਹੈਗੀਆਂ, ਫਸਟ ਇਨ ਇੰਡੀਆ ਕਹਿੰਦਾ ਆਪਣੇ ਇੰਡੀਆ ਦੀਆਂ ਪਹਿਲੀਆਂ ਔਰਤਾਂ ਇਹ। ਫਸਟ ਇੰਡੀਅਨ ਫੀਮੇਲ ਚੇਅਰਪਰਸਨ ਆਫ INC। INC ਦੀ ਕੀ ਹੈ? ਇੰਡੀਅਨ ਨੈਸ਼ਨਲ ਕਾਂਗਰਸ, ਜਿਹੜੀ ਕਿ AO ਹਿਊਮ ਨੇ ਬਣਾਈ ਸੀ 1885 ਦੇ ਵਿੱਚ। ਉਹ ਟਮੇ ਦੇ ਵਿੱਚ ਕੌਣ ਸੀ ਗਵਰਨਰ ਜਨਰਲ? ਲਾਰਡ ਡਫਰਿਨ, ਠੀਕ ਹੈ। ਸਰੋਜਨੀ ਨਾਇਡੂ ਬਣੀ ਸੀ ਸਭ ਤੋਂ ਪਹਿਲਾਂ ਫਸਟ ਇੰਡੀਅਨ ਫੀਮੇਲ ਚੇਅਰਪਰਸਨ ਆਫ INC। ਸਰੋਜਨੀ ਨਾਇਡੂ ਕਦੋਂ ਬਣੀ ਸੀ ਇਹ ਬਣੀ ਸੀ 1925 ਦੇ ਵਿੱਚ। ਇਸ ਤੋਂ ਬਾਅਦ ਫਸਟ ਵੂਮੈਨ ਇੰਡੀਆ ਦੀ, ਜਿਹੜੀ ਕਿ ਮਾਊਂਟ ਐਵਰੈਸਟ 'ਤੇ ਚੜ੍ਹੀ ਸੀ, ਪਹਿਲੀ ਵੂਮੈਨ ਇੰਡੀਆ ਦੀ ਜਿਹੜੀ ਕਿ ਕੌਣ ਚੜ੍ਹੀ ਸੀ? ਇਹ ਚੜ੍ਹੀ ਸੀ ਬਚਿੰਦਰੀ ਪਾਲ। ਫਸਟ ਵੂਮੈਨ ਕੈਬਨਿਟ ਮਿਨਿਸਟਰ, ਉਹ ਕਿਹੜੀ ਵੂਮੈਨ ਆ ਫਸਟ ਆਪਣੀ ਜਿਹੜੀ ਕੈਬਨਿਟ ਦੇ ਵਿੱਚ ਮਿਨਿਸਟਰ ਬਣੀ ਸੀ? ਇਹ ਹੈਗੀ ਹੈ ਰਾਜਕੁਮਾਰੀ ਅੰਮ੍ਰਿਤਾ ਕੁਮਾਰ। ਕੁਮਾਰੀ ਲਿਖ ਲਓ ਜਾਂ ਕੁਮਾਰ। ਫਸਟ ਵੂਮੈਨ ਚੇਅਰਪਰਸਨ ਆਫ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ, ਸਭ ਤੋਂ ਇੰਪੋਰਟੈਂਟ ਆਪਰੇਸ਼ਨ ਹੈ ਵਿਜੇ ਲక్ష్ਮੀ ਪੰਡਤ। ਇਹ ਆਪਰੇਸ਼ਨ ਹੋਣ ਦੇ ਫੁੱਲ ਚਾਂਸ ਨੇ, ਠੀਕ ਹੈ। ਕਿ ਉਹ ਕਿਹੜੀ ਵੂਮੈਨ ਹੈ ਜਿਹੜੀ UN ਹੈ, ਜਿਹੜੀ ਆਪਣੀ ਯੂਨਾਈਟਿਡ ਨੇਸ਼ਨਲ ਹੈ, ਜਿਹੜੀ ਕਿ 24 ਅਕਤੂਬਰ 1945 ਨੂੰ ਆਪਣੀ UN ਬਣੀ ਸੀ, ਠੀਕ ਹੈ। ਉਹਦੇ ਵਿੱਚ ਜਿਹੜੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਹੈ ਉਹਦੇ ਵਿੱਚ ਪਹਿਲੀ ਔਰਤ ਜਿਹੜੀ ਬਣੀ ਸੀ ਭਾਰਤੀ, ਉਹ ਹੈਗੀ ਸੀ, ਇਹ ਚੇਅਰਪਰਸਨ ਬਣੀ ਸੀ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੀ। ਕੀ ਨਾਮ ਹੈ ਇਹਦਾ? ਵਿਜੇ ਲక్ష్ਮੀ ਪੰਡਿਤ। ਇਸ ਤੋਂ ਬਾਅਦ 5ਵੇਂ 'ਤੇ ਆ ਗਿਆ ਆਪਾਂ ਫਸਟ ਵੂਮੈਨ ਪ੍ਰੈਜ਼ੀਡੈਂਟ ਆਫ ਇੰਡੀਆ ਪ੍ਰਤਿਭਾ ਪਾਟਿਲ, ਪ੍ਰਤਿਭਾ ਦੇਵੀ ਪਾਟਿਲ। ਇਹ ਆਪਣੀ ਪਹਿਲੀ ਕੀ ਸੀ? ਇੰਡੀਆ ਦੀ ਰਾਸ਼ਟਰਪਤੀ ਸੀ, ਠੀਕ ਹੈ। ਇਹ ਪੰਜੇ ਦੇ ਪੰਜੇ ਯਾਦ ਕਰ ਲਿਓ, ਦਿਮਾਗ ਦੇ ਵਿੱਚ ਬਿਠਾ ਲਿਓ, ਕੁਛ ਨਹੀਂ ਛੱਡਣਾ ਵਾ, ਜਿੰਨਾ ਕੁਛ ਵੀ ਕਰੋ। ਐਕਸਟਰਾ ਪੁਆਇੰਟ ਲਿਖਣ ਦਾ ਮਤਲਬ ਮੇਰਾ ਇਹੀ ਹੈ ਨਾਲ। ਜੌਂਡੀਅਸ ਦੀ ਬਿਮਾਰੀ ਕਿਸ ਅੰਗ ਨੂੰ ਪ੍ਰਭਾਵਿਤ ਕਰਦੀ ਹੈ? ਹੁਣ ਜੌਂਡੀਅਸ ਨੂੰ ਕੀ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ? ਜੌਂਡੀਅਸ ਨੂੰ ਕਿਹਾ ਜਾਂਦਾ ਪੀਲੀਆ। ਪੀਲੀਆ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦਾ ਗਾ? ਲੀਵਰ ਨੂੰ, ਸਟੋਮਕ ਨੂੰ ਆਪਾਂ ਪੇਟ ਵੀ ਕਹਿ ਦਿੰਦੇ ਅਤੇ ਪੰਜਾਬੀ ਦੇ ਵਿੱਚ ਢਿੱਡ ਵੀ ਕਹਿ ਦਿੰਦੇ ਆ, ਠੀਕ ਹੈ। ਕਿਡਨੀਆਂ ਆਪਣੇ ਕਿੰਨੀਆਂ ਹੁੰਦੀਆਂ? 2 ਹੁੰਦੀਆਂ ਹੈਗੀਆਂ। ਫੇਫੜੇ ਵੀ ਕਿੰਨੇ ਹੁੰਦੇ? ਆਪਣੇ 2 ਹੁੰਦੇ ਆ, ਠੀਕ ਹੈ। ਅਤੇ ਜੇ ਕਿਸੇ ਬੱਚੇ ਨੇ ਆਹ ਚੀਜ਼ਾਂ ਬਾਰੇ ਪੜ੍ਹਨਾ ਗਾ, ਸਾਰੀਆਂ ਬਾਰੇ, ਠੀਕ ਹੈ, ਮੇਰਾ ਲੈਕਚਰ ਲੱਗਿਆ ਹੋਇਆ ਗਾ ਵਾਰਡ ਅਟੈਂਡੈਂਟ ਵਾਲਿਆਂ ਵਾਸਤੇ ਸਾਇੰਸ ਦਾ। ਉਹਦੇ ਵਿੱਚ ਇਹ ਚੀਜ਼ਾਂ ਪੂਰੀ ਡਿਟੇਲ ਦੇ ਵਿੱਚ ਕਰਵਾਈਆਂ ਹੋਈਆਂ। ਜੇ ਤੁਸੀਂ ਕਹੋਗੇ ਤਾਂ ਤੁਹਾਨੂੰ ਵੀ ਕਰਵਾ ਦੂੰਗਾ ਅਲੱਗ ਤੋਂ, ਦੱਸ ਦਿਓ ਮੈਨੂੰ, ਠੀਕ ਹੈ। ਤੁਹਾਨੂੰ ਕਰਵਾ ਦਾਂਗੇ ਅਲੱਗ ਤੋਂ, ਉਹ ਤੁਸੀਂ ਦੱਸ ਦਿਓ। ਉਹੀ ਲੈਕਚਰ ਲਾਉਣੇ ਨਾ ਨਵੇਂ ਲਾਵਾਂ, ਉਹ ਤੁਸੀਂ ਦੱਸ ਦਿਓ, ਠੀਕ ਹੈ। ਅਤੇ ਇਹ ਭਾਈ ਜਿਹੜੀ ਪੀਲੀਆ ਦੀ ਬਿਮਾਰੀ ਹੁੰਦੀ, ਇਹ ਹੁੰਦੀ ਆਪਣੀ ਲੀਵਰ ਦੇ ਵਿੱਚੋਂ, ਠੀਕ ਹੈ। ਯੂਰੀਆ ਆਪਣੀ ਲੀਵਰ, ਆਪਣੇ ਸਰੀਰ ਦੇ ਵਿੱਚ ਕੌਣ? ਯੂਰੀਆ ਵੀ ਆਪਣੇ ਸਰੀਰ ਦੇ ਵਿੱਚ ਲੀਵਰ ਹੀ ਬਣਾਉਂਦਾ। ਇਹ ਗੱਲ ਯਾਦ ਰੱਖਣੀ ਹੈ। ਆਹ ਥੱਲੇ ਐਕਸਟਰਾ ਪੁਆਇੰਟ ਆ ਗਏ। ਜੌਂਡੀਅਸ ਹੈ ਜਿਹੜਾ, ਇਹ ਪੀਲੀਏ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਠੀਕ ਹੈ। ਇਹ ਆਪਣੇ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦਾ? ਲੀਵਰ ਨੂੰ ਪ੍ਰਭਾਵਿਤ ਕਰਦਾ। ਲੀਵਰ ਨੂੰ ਪੰਜਾਬੀ ਦੇ ਵਿੱਚ ਜਿਗਰ ਕਹਿ ਦਿੰਦੇ ਆ। ਅਤੇ ਜਿਹੜਾ ਕਰੋਨਾ ਵਾਇਰਸ ਹੈ ਇਹ ਸਾਡੇ ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈਗਾ, ਠੀਕ ਹੈ। ਇਹ ਸਾਡੇ ਕਾਹਨੂੰ ਪ੍ਰਭਾਵਿਤ ਕਰਦਾ? ਫੇਫੜਿਆਂ ਨੂੰ ਪ੍ਰਭਾਵਿਤ ਕਰਦਾ ਹੈ। ਅਤੇ ਜਿਹੜਾ ਕਰੋਨਾ ਲਈ ਟੈਸਟ ਕੀਤਾ ਜਾਂਦਾ ਉਸਨੂੰ ਕੀ ਕਹਿੰਦੇ ਆਪਾਂ? ਉਸਨੂੰ ਕਹਿੰਦੇ ਆਪਾਂ RT-PCR, ਠੀਕ ਹੈ। RT-PCR ਕਿਹਾ ਜਾਂਦਾ ਉਹਨੂੰ। ਅਤੇ RT-PCR ਦਾ ਫੁੱਲ ਫਾਰਮ ਤੁਸੀਂ ਮੈਨੂੰ ਦੱਸਣੀ ਹੈ ਕਮੈਂਟਾਂ ਦੇ ਵਿੱਚ, ਨੈੱਟ 'ਤੇ ਸਰਚ ਕਰਕੇ, ਠੀਕ ਹੈ। ਨੈੱਟ 'ਤੇ ਸਰਚ ਕਰਕੇ ਦੱਸਣੀ ਹੈ। ਵੈਸੇ ਤਾਂ ਪਤਾ ਹੈਗਾ, ਪਰ ਸੋਥੋਂ ਹੀ ਸੁਣਨੀ ਹੈ ਮੈਂ ਇੱਕ ਵਾਰੀ, ਕਿਉਂਕਿ ਜੇ ਤੁਸੀਂ ਨੈੱਟ 'ਤੇ ਸਰਚ ਕਰੋਗੇ ਉਹ ਚੀਜ਼ ਬੰਦਾ ਭੁੱਲਦਾ ਨਹੀਂ ਹੈਗਾ, ਇੰਨਾ ਮੈਨੂੰ ਪਤਾ ਹੁੰਦਾ ਗਾ। ਕਿਉਂਕਿ ਜਿੱਥੇ ਮੈਂ ਇੰਨਾ ਕੁਛ ਲਿਖਣ ਲੱਗਿਆ ਸੀ ਉੱਥੇ ਇੱਕ ਲਾਈਨ ਹੋਰ ਵੀ ਲਿਖ ਸਕਦਾ ਸੀ, ਠੀਕ ਹੈ। ਆਹ ਪ੍ਰਸ਼ਨ ਕਰਵਾਇਆ ਹੋਇਆ, ਦੇਖ ਲਓ ਤੁਸੀਂ ਕਿੰਨੀ ਕੁ ਡਿਟੇਲ ਦੇ ਵਿੱਚ ਮੇਰੇ ਪ੍ਰਸ਼ਨ ਪੜ੍ਹ ਕੇ ਜਾਂਦੇ ਹੋ। ਮਾਈਕਰੋਸਾਫਟ ਦੀ ਸਥਾਪਨਾ ਕਿਸ ਸਾਲ ਕੀਤੀ ਗਈ ਸੀ?
1975 ਦੇ ਵਿੱਚ, 1976 ਦੇ ਵਿੱਚ, 1998 ਦੇ ਵਿੱਚ, 2004 ਦੇ ਵਿੱਚ। 2004 ਦੇ ਵਿੱਚ ਤਾਂ ਫੇਸਬੁੱਕ ਦੀ ਕੀਤੀ ਗਈ ਸੀ, ਕਰਵਾ ਕੇ ਗਿਆ, ਥਿਊਰੀ ਵੀ ਦਿੱਤੀ ਹੋਈ ਹੈ ਪਿਛਲੇ ਐਡੀਸ਼ਨ ਦੇ ਵਿੱਚ। 1998 ਦੇ ਵਿੱਚ ਗੂਗਲ, 1976 ਦੇ ਵਿੱਚ ਮੇਰੀ ਕੋਈ ਨਿਗਾਹ 'ਚ ਹੈ ਨਹੀਂ ਤਾਂ ਆਪਸ਼ਨ ਕੱਟ ਕੇ ਕਿਹੜੀ ਰਹੇਗੀ ਆਪਣੀ 1975 ਰਹੇਗੀ ਮਾਈਕਰੋਸੋਫਟ। ਮਾਈਕਰੋਸੋਫਟ ਦਾ ਕੌਣ ਆ CEO? ਸਤਿਆ ਨਡੇਲਾ। ਅਤੇ ਗੂਗਲ ਦਾ ਕੌਣ ਹੈਗਾ? ਸੁੰਦਰ ਪਿਚਾਈ। ਇਹ ਨਾਂ ਜਿਹਦਾ ਵੈਸੇ ਹੀ ਯਾਦ ਕਰ ਲਿਆ, ਉਹਦੇ ਨਾਲ ਦੀ ਨਾਲ ਹੀ ਯਾਦ ਹੋ ਜਾਂਦੇ ਆ। ਫੇਸਬੁੱਕ ਦੇ ਫਾਦਰ ਕੌਣ ਹੈਗਾ? ਮਾਰਕ ਜ਼ੁਕਰਬਰਗ। ਠੀਕ ਹੈ। ਜਿਹੜੇ ਆਪਣੇ ਸਮਰਾਟ ਅਸ਼ੋਕ ਸੀ ਉਹਨਾਂ ਨੇ ਆਪਦਾ ਗੁਰੂ ਕਿਸ ਨੂੰ ਮੰਨਿਆ ਸੀ? ਸਮਾਰਟ ਅਸ਼ੋਕ। ਪਹਿਲੀ ਗੱਲ ਤਾਂ ਪੁੱਛਿਆ ਜਾ ਸਕਦਾ ਹੈਗਾ ਕਿ ਜਿਹੜੇ ਰਾਜੇ ਬਹੁਤ ਸ਼ਕਤੀਸ਼ਾਲੀ ਮੰਨੇ ਜਾਂਦੇ ਸੀ ਉਹਨਾਂ ਦੇ ਨਾਮ ਉਰੇ ਹੀ ਸਮਰਾਟ ਲੱਗਦਾ ਹੁੰਦਾ ਸੀ। ਠੀਕ ਹੈ ਜੀ, ਦੇਖੋ ਜੀ। ਠੀਕ ਹੈ, ਸਮਾਰਟ ਅਸ਼ੋਕ ਦੇ ਨਾਮ ਨਾਲ ਕਿਸ ਨੂੰ ਜਾਣਿਆ? ਸਮਰਾਟ ਅਸ਼ੋਕ ਨੇ ਆਪਣਾ ਗੁਰੂ ਕਿਸ ਨੂੰ ਮੰਨਿਆ ਸੀ? ਇੰਨਾ ਬੱਚੋ ਤੁਹਾਡੇ ਨਾਲ ਮੇਰਾ ਪ੍ਰੋਮਿਸ ਹੈ ਕਿ ਬਹੁਤ ਆਪਰੇਸ਼ਨ ਤੁਹਾਨੂੰ ਮੇਰੇ ਕਰਵਾਏ ਹੋਏ ਮਿਲਣਗੇ, ਉੱਥੇ ਪੂਰੀ ਸ਼ਿੱਦਤ ਨਾਲ ਬਣਾਏ ਆ, ਦਿਲੋਂ ਬਣਾਏ ਆ। ਠੀਕ ਹੈ, ਮੰਨ ਲਓ ਜਿਹੜਾ ਤੁਹਾਨੂੰ ਆਪਰੇਸ਼ਨ ਕਰਵਾ ਰਿਹਾ ਇਹ ਭਾਵੇਂ ਨਾ ਆਵੇ ਪਰ ਥੱਲੇ ਵਾਲਾ ਆਪਰੇਸ਼ਨ ਜ਼ਰੂਰ ਆਇਆ ਕਰੂ। ਜੇ ਥੱਲੇ ਨਾ ਲਾਊਗਾ ਉੱਪਰ ਲਾਊਗਾ। ਆਪਾਂ ਕੋਈ ਚੀਜ਼ ਛੱਡ ਹੀ ਨਹੀਂ ਰਹੇ। ਜੇ ਤਾਂ ਆਪਾਂ ਕੋਈ ਚੀਜ਼ ਛੱਡ ਰਹੀ ਹੋਈਏ ਫਿਰ ਤਾਂ ਆਪਾਂ ਕਹੀਏ ਕਿ ਆਹ ਚੀਜ਼ ਮਿਸ ਹੋ ਗਈ ਆਪਣੀ। ਆਪਾਂ ਸਾਰੀਆਂ ਚੀਜ਼ਾਂ ਕਵਰ ਕਰੀ ਜਾਂਦੇ ਹਾਂ। ਹੁਣ ਇਸ ਤੋਂ ਸਿਰਾ ਲੈਕਚਰ ਮੈਨੂੰ ਨਹੀਂ ਲੱਗਦਾ ਤੁਸੀਂ ਅੱਜ ਤੱਕ ਕਿਤੇ ਦੇਖਿਆ ਹੋਊਗਾ, ਕਿਸੇ ਨੇ ਲਾਇਆ ਹੋਊਗਾ। ਅਤੇ ਸਮਰਾਟ ਅਸ਼ੋਕ ਨੇ ਆਪਣਾ ਗੁਰੂ ਕਿਸ ਨੂੰ ਮੰਨਿਆ ਸੀ? ਨਰਹਾਰੀ, ਗੌਤਮ ਬੁੱਧਾ, ਅਗਨੀਮਿੱਤਰਾ ਕਿ ਉਪਗੁਪਤਾ। ਤਾਂ ਇਹਨਾਂ ਨੇ ਮੰਨਿਆ ਸੀ ਭਾਈ ਆਪਣਾ ਗੌਤਮ ਬੁੱਧ ਧਰਮ ਨੂੰ ਅਪਣਾਇਆ ਸੀ ਕਿਹਨੇ? ਸਮਾਰਟ ਅਸ਼ੋਕ ਨੇ। ਅਤੇ ਜਿਹੜੀ ਕਲਿੰਗਾ ਦੀ ਵਾਰ ਹੋਈ ਸੀ ਉਹ ਤੁਸੀਂ ਦੱਸਣਾ 399 'ਚ ਹੋਈ ਸੀ ਕਿ 499 ਦੇ ਵਿੱਚ ਹੋਈ ਸੀ ਕਲਿੰਗਾ ਵਾਰ? ਤੁਸੀਂ ਦੱਸੋ ਮੈਨੂੰ ਇਹ ਚੀਜ਼, ਡੇਟਾ ਤੁਹਾਨੂੰ ਦੇ ਦਿਆਂ, ਮਾਰਿਓ ਸਰਚ। ਅਤੇ ਗੌਤਮ ਬੁੱਧ ਨੂੰ ਨੇ ਅਤੇ ਕਲਿੰਗਾ ਦੀ ਵਾਰ ਤੋਂ ਬਾਅਦ ਇਹਨੇ ਜੰਗ ਵਾਸਤੇ ਛੱਡਤਾ ਕਿ ਜੰਗ ਕਰਨੀ ਨਹੀਂ ਯਾਰ ਅੱਜ ਤੋਂ ਬਾਅਦ ਮੈਂ। ਠੀਕ ਹੈ, ਅਸ਼ੋਕ ਸਮਾਰਟ ਨੇ ਆਪਣਾ ਗੁਰੂ ਕਿਸ ਨੂੰ ਮੰਨਿਆ ਸੀ? ਠੀਕ ਹੈ, ਗੌਤਮ ਬੁੱਧ ਨੂੰ ਮੰਨਿਆ ਸੀ। ਅਤੇ ਆਹ ਧਿਆਨ ਨਾਲ ਸੁਣ ਲਓ ਹੁਣ, ਇਹਦੇ ਵਿੱਚ ਇੱਕ ਪ੍ਰਸ਼ਨ ਪੱਕਾ ਆਉਣਾ ਵਾਅਦਾ ਰਿਹਾ ਤੁਹਾਡੇ ਨਾਲ। ਅਸ਼ੋਕ ਨੇ ਬੁੱਧ ਧਰਮ ਨੂੰ ਅਪਣਾਇਆ ਸੀ। ਪਹਿਲੀ ਸਭਾ ਬੁੱਧ ਧਰਮ ਦੀ ਰਾਜਗ੍ਰਹਿ ਵਿਖੇ ਅਜਾਤਸ਼ਤਰੂ ਦੇ ਸਮੇਂ ਹੋਈ ਸੀ। ਵੈਰੀ 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 ਇੰਪੋਰਟੈਂਟ ਪ੍ਰਸ਼ਨ ਹੈ, ਪੁੱਛਿਆ ਜਾਊਗਾ ਕਿ ਬੁੱਧ ਸਭਾ ਜਿਹੜੀ ਹੋਈ ਸੀ ਆਪਣੀ ਬੁੱਧ ਧਰਮ ਦੀ ਪਹਿਲੀ ਸਭਾ ਕਿੱਥੇ ਹੋਈ ਸੀ? ਇਹ ਹੋਈ ਸੀ ਰਾਜਗ੍ਰਹਿ ਵਿਖੇ। ਕਿਹਦਾ ਰਾਜ ਸੀ ਉਹ ਟਾਈਮ ਦੇ ਵਿੱਚ? ਅਜਾਤਸ਼ਤਰੂ ਦਾ। ਇੱਕ ਤਾਂ ਪਹਿਲੀ ਬਹੁਤ ਪੁੱਛੀ ਜਾਂਦੀ ਹੈ। ਜਿਹੜੀ ਦੂਸਰੀ ਪੁੱਛੀ ਜਾਂਦੀ ਹੈ, ਦੂਸਰੀ ਸਿਰਫ ਇਹ ਪੁੱਛੀ ਜਾਂਦੀ ਹੁੰਦੀ ਹੈ ਕਿ ਜਿਹੜੀ ਦੂਸਰੀ ਬੁੱਧ ਸਭਾ ਸੀ ਕਿੱਥੇ ਹੋਈ ਸੀ? ਕਿਉਂਕਿ ਪਹਿਲੀ ਤਾਂ ਆਖਰੀ ਤਾਂ ਹਰੇਕ ਬੱਚਾ ਪੜ੍ਹ ਕੇ ਜਾਂਦਾ, ਪਹਿਲੀ ਅਤੇ ਆਖਰੀ ਹਰੇਕ ਪੜ੍ਹ ਕੇ ਜਾਂਦਾ, ਪਰ ਆਪਾਂ ਦੂਜੀ ਤੀਜੀ ਪੜ੍ਹ ਕੇ। ਦੂਜੀ ਤੇ ਤੁਸੀਂ ਸਿਰਫ ਇਹ ਯਾਦ ਕਰਨੀ ਕਿ ਜੀ ਦੂਜੀ ਸਭਾ ਸੀ ਇਹ ਵਿਸ਼ਾਲੀ ਦੇ ਵਿੱਚ ਹੋਈ ਸੀ, ਕਾਲਸੋਕਾ ਦੇ ਵਿੱਚ ਹੋਈ ਸੀ, ਕਾਲਸੋਕਾ ਦੇ ਸਮੇਂ ਹੋਈ ਸੀ। ਕਾਲਸੋਕਾ ਯਾਦ ਕਰਨਾ ਕਰ ਲਓ, ਨਹੀਂ ਕਰਨਾ ਨਾ ਕਰ ਲਓ, ਇਹ ਉਸ ਸਮੇਂ ਵਿੱਚ ਜਿਹੜਾ ਰਾਜ ਹੁੰਦਾ ਸੀ। ਜਿਹੜੀ ਤੀਸਰੀ ਸਭਾ ਇਹ ਪਾਟਲੀਪੁੱਤਰ ਦੇ ਵਿੱਚ ਹੋਈ ਸੀ। ਸਭ ਤੋਂ ਜ਼ਿਆਦਾ ਇੰਪੋਰਟੈਂਟ ਤੀਸਰੀ ਹੈ। ਤੀਸਰੀ ਸਭਾ ਪਾਟਲੀਪੁੱਤਰ ਵਿੱਚ ਹੋਈ ਸੀ। ਕਿਹਦੇ ਸਮੇਂ ਵਿੱਚ ਹੋਈ ਸੀ? ਅਸ਼ੋਕ ਦੇ ਸਮੇਂ ਦੇ ਵਿੱਚ ਹੋਈ ਸੀ। ਅਤੇ ਚੌਥੀ ਅਤੇ ਆਖਰੀ ਮੀਟਿੰਗ ਜਿਹੜੀ ਹੋਈ ਸੀ ਬੁੱਧ ਧਰਮ ਦੀ ਜਾਂ ਬੁੱਧ ਸਭਾ ਦੀ, ਉਹ ਹੋਈ ਸੀ ਕਨਿਸ਼ਕ ਦੇ ਸਮੇਂ ਦੇ ਵਿੱਚ। ਇੱਥੋਂ ਹੀ ਪ੍ਰਸ਼ਨ ਬਣ ਗਏ ਕਿੰਨੇ? ਪਹਿਲੀ ਰਾਜਗ੍ਰਹਿ ਦੇ ਵਿੱਚ ਹੋਈ ਸੀ, ਦੂਸਰੀ ਵਿਸ਼ਾਲੀ ਦੇ ਵਿੱਚ ਹੋਈ ਸੀ, ਤੀਸਰੀ ਪਾਟਲੀਪੁੱਤਰ 'ਚ ਹੋਈ ਸੀ, ਚੌਥੀ ਆਪਣੀ ਹੋਈ ਸੀ ਆਪਣੀ ਚੌਥੀ ਇਹਦੀ ਯਾਦ ਕਰਨ ਦੀ ਲੋੜ ਕਿੱਥੇ ਹੋਈ ਸੀ? ਬਸ ਇਹ ਯਾਦ ਕਰ ਲਓ ਕਨਿਸ਼ਕ ਦੇ ਸਮੇਂ ਵਿੱਚ ਹੋਈ ਸੀ। ਠੀਕ ਹੈ, ਪਹਿਲੀ ਰਾਜਗ੍ਰਹਿ ਅਜਾਤਸ਼ਤਰੂ, ਦੂਜੀ ਵਿਸ਼ਾਲੀ ਦੇ ਵਿੱਚ, ਤੀਸਰੀ ਪਾਟਲੀਪੁੱਤਰ ਅਸ਼ੋਕ ਦੇ ਵਿੱਚ, ਚੌਥੀ ਕਨਿਸ਼ਕ ਦੇ ਸਮੇਂ। ਆਹ ਚੀਜ਼ ਭੁੱਲ ਕੇ ਵੀ ਨਹੀਂ ਛੱਡਣੀ। ਫਿਰ ਨਹੀਂ ਕਹਿਣਾ ਆ ਕਿ ਮੇਰਾ ਪੇਪਰ ਕਲੀਅਰ ਨਹੀਂ ਹੋਇਆ ਜੀ, ਮੇਰੇ ਪੇਪਰ ਦੇ ਵਿੱਚ ਆਹ ਪ੍ਰਸ਼ਨ ਮਿਸ ਹੋ ਗਿਆ। ਜਿੰਦ ਜਾਨ ਤੋਂ ਪੜ੍ਹਾ ਰਿਹਾ ਤੁਹਾਨੂੰ। ਸੱਚ ਇੱਕ ਬੱਚੇ ਨੇ ਕਮੈਂਟ ਕੀਤਾ ਸੀ ਕਹਿੰਦਾ ਬਾਈ ਤੁਸੀਂ ਹੋਰ ਕੀ ਬਿਜ਼ਨਸ ਕਰਦੇ ਹੋ ਜਾਂ ਸਟੱਡੀ ਕਰਦੇ ਹੋ? ਬੱਚੋ ਮੇਰਾ ਬਿਜ਼ਨਸ ਹੋਰ ਹੈ। ਠੀਕ ਹੈ, ਖੇਤੀਬਾੜੀ ਲਾ ਲਓ ਜਾਂ ਹੋਰ ਵੀ ਮੇਰੇ ਇੱਕ ਦੋ ਆਪਦਾ ਪ੍ਰੋਸੈਸ ਹੈਗਾ ਮੇਰਾ ਵਧੀਆ। ਠੀਕ ਹੈ, ਜਿਹੜੀ ਤੁਹਾਨੂੰ ਮੈਂ ਸਟੱਡੀ ਕਰਵਾਉਣਾ ਇਹ ਤਾਂ ਬਸ ਸਿਰਫ ਮੈਂ ਇੱਕ ਜਿਵੇਂ ਤੁਹਾਨੂੰ ਦੱਸਿਆ ਸੀ ਮੇਰਾ ਕੋਈ ਪੇਛਾ ਨਹੀਂ। ਮੈਂ ਤੁਹਾਨੂੰ ਦੱਸਿਆ ਸੀ ਕਿ SI ਦਾ ਪੇਪਰ ਲੈਣਾ ਸੀ, ਨਹੀਂ ਦੇ ਸਕੇ ਕਿਸੇ ਕਾਰਨ। 1 ਮਹੀਨਾ 23 ਦਿਨ ਉਹ ਮੈਂ ਲੰਘ ਗਈ ਸੀ। ਤਾਂ ਕਰਕੇ ਮੈਨੂੰ ਇਹ ਹੋ ਗਿਆ ਕਿ ਯਾਰ ਮੇਰੀ ਪੜ੍ਹਾਈ ਹੋਏ ਕਿਸੇ ਬੱਚੇ ਦਾ ਕੋਈ ਫਾਇਦਾ ਹੋਵੇ ਨਾ। ਤਾਂ ਕਰਕੇ ਤੁਹਾਡੇ ਵਾਸਤੇ ਇੱਕ ਐਂ ਸਮਝ ਲਓ ਕਿ ਪੜ੍ਹਾਈ ਦਾ ਕੰਮ ਲਾ ਲਓ ਜਾਂ ਕੁਛ ਮਰਜ਼ੀ ਲਾ ਲਓ ਯਾਰ, ਤੁਹਾਡੇ ਵਾਸਤੇ ਹੀ ਹੈ। ਠੀਕ ਹੈ, ਅਤੇ ਦੇਖੋ ਇਹਨਾਂ ਵਿੱਚੋਂ ਕਿਹੜਾ ਮੁਗਲ ਬਾਦਸ਼ਾਹ ਅਨਪੜ੍ਹ ਸੀ? ਜਹਾਂਗੀਰ ਅਨਪੜ੍ਹ ਸੀ, ਔਰੰਗਜ਼ੇਬ ਅਨਪੜ੍ਹ ਸੀ, ਬਾਬਰ ਸੀ ਕਿ ਅਕਬਰ ਸੀ? ਦੇਖੋ ਬੱਚੋ ਇਹ ਜਿਹੜੇ ਤਿੰਨੇ ਸੀ ਸਾਰੇ ਪੜ੍ਹੇ ਲਿਖੇ ਸੀ। ਜਹਾਂਗੀਰ ਵੀ ਪੜ੍ਹਿਆ ਲਿਖਿਆ ਸੀ, ਔਰੰਗਜ਼ੇਬ ਵੀ, ਬਾਬਰ ਵੀ। ਅਤੇ ਜਿਹੜਾ ਇਹ ਸੀ ਨਾ ਆਪਣਾ ਅਕਬਰ, ਇਹ ਅਨਪੜ੍ਹ ਸੀ। ਇਹ ਅਨਪੜ੍ਹ ਸੀ ਪਰ ਸਿਆਣਾ ਸਭ ਤੋਂ ਜ਼ਿਆਦਾ ਮੈਨੂੰ ਮੰਨਦਾ। ਸਭ ਤੋਂ ਸਿਆਣਾ ਅਕਬਰ ਸੀ। ਅਕਬਰ ਸਭ ਤੋਂ ਵਧੀਆ ਬੰਦਾ ਸੀ। ਮੈਂ ਰਿਸਪੈਕਟ ਕਰਦਾ ਇਹ ਬੰਦੇ ਦੀ ਯਾਰ, ਬਹੁਤ 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 ਜ਼ਿਆਦਾ ਵਧੀਆ ਬੰਦਾ ਸੀ ਇਹ। ਦੇਖੋ ਜੀ ਆਹ ਧਿਆਨ ਨਾਲ ਸੁਣ ਲਓ, ਸਿਰਾ ਲਾਤਾ ਆਪਾਂ ਥੱਲੇ ਜਮਾਂ। ਦੇਖੋ ਇੱਕ ਤਾਂ ਲੈਣੋਵਾਰ ਯਾਦ ਕਰ ਲਓ। ਕਿਵੇਂ ਤੁਹਾਨੂੰ ਪ੍ਰਸ਼ਨ ਆਊਗਾ ਕਿ ਦੱਸੋ ਕਿ ਲੈਣੋਵਾਰ ਲਾਓ
ਮੁਗਲ ਸਮਰਾਜ ਦੇ ਵਿੱਚ ਰਾਜੇ ਹੋਏ ਆ ਮੇਨ। ਦੇਖੋ ਸਭ ਤੋਂ ਪਹਿਲਾਂ ਆਇਆ ਸੀ ਬਾਬਰ 1526 ਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਹੁਮਾਯੂੰ, ਇਸ ਤੋਂ ਬਾਅਦ ਅਕਬਰ, ਜਹਾਂਗੀਰ, ਸ਼ਾਹਜਹਾਂ, ਔਰੰਗਜ਼ੇਬ ਤੋਂ ਬਾਅਦ ਵੀ ਬਹੁਤ ਹੋਏ ਹੈਗੇ ਬਾਦਸ਼ਾਹ। ਔਰੰਗਜ਼ੇਬ ਆਖਰੀ ਸ਼ਾਸਕ ਨਹੀਂ ਕਹਿ ਸਕਦੇ ਆਪਾਂ। ਇਹ ਤੋਂ ਬਾਅਦ ਸੁਰ ਡਾਇਨੈਸਟੀ ਆ ਗਈ ਸੀ, ਸੁਰ ਡਾਇਨੈਸਟੀ। ਪਰ ਜਿਹੜੇ ਔਰੰਗਜ਼ੇਬ ਤੋਂ ਬਾਅਦ ਹੋਏ ਆ ਇੱਕ ਦੋ, ਉਹਨਾਂ ਦਾ ਨਾਂ ਹੀ ਨਹੀਂ ਯਾਦ ਲੋਕਾਂ ਨੂੰ, ਠੀਕ ਹੈ। ਨਾ ਹੀ ਆਪਾਂ ਨੂੰ ਇਤਿਹਾਸ ਦੇ ਵਿੱਚ ਲੋੜ ਪਈ ਹੈ, ਤਾਂ ਕਰਕੇ ਆਖਰੀ ਸ਼ਾਸਕ ਜਿਹੜਾ ਇਹ ਔਰੰਗਜ਼ੇਬ ਨੂੰ ਮੰਨ ਲਿਆ ਜਾਂਦਾ ਹੈਗਾ, ਠੀਕ ਹੈ। ਕਿ ਬਸ ਇਹੀ ਆਖਰੀ ਸ਼ਾਸਕ ਸੀ, ਠੀਕ ਹੈ। ਅਤੇ ਧਿਆਨ ਨਾਲ ਸੁਣ ਲਿਓ, ਬਾਬਰ, ਹੁਮਾਯੂੰ, ਅਕਬਰ। ਬਾਬਰ ਦਾ ਪੁੱਤਰ ਕੌਣ ਸੀ? ਬਾਬਰ ਦਾ ਪੁੱਤਰ ਹੁਮਾਯੂੰ, ਹੁਮਾਯੂੰ ਦਾ ਪੁੱਤਰ ਅਕਬਰ, ਅਕਬਰ ਦਾ ਪੁੱਤਰ ਜਹਾਂਗੀਰ, ਜਹਾਂਗੀਰ ਦਾ ਪੁੱਤਰ ਸ਼ਾਹਜਹਾਂ, ਸ਼ਾਹਜਹਾਂ ਦਾ ਪੁੱਤਰ ਔਰੰਗਜ਼ੇਬ, ਠੀਕ ਹੈ। ਜਿਹੜਾ ਔਰੰਗਜ਼ੇਬ ਸੀ ਇਹਨੇ ਉਹਦੇ ਪਿਤਾ ਨੂੰ ਬੰਦੀ ਬਣਾ ਲਿਆ ਸੀ, ਠੀਕ ਹੈ। ਜਹਾਂਗੀਰ ਉਹੀ ਹੈਗਾ ਜਿਹਨੇ ਇੱਕ ਤਾਂ ਕਿਹਾ ਸੀ ਅੰਗਰੇਜ਼ਾਂ ਨੂੰ ਕਿ ਭਾਈ ਤੁਸੀਂ ਆਪਦੀ ਕੰਪਨੀ ਲਾ ਲਓ ਇੱਥੇ, ਅਤੇ ਇੱਕ ਇਹ ਉਹੀ ਬੰਦਾ ਹੈਗਾ ਜਿਹਨੇ ਆਪਣੇ 5ਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ ਸੀ, ਠੀਕ ਹੈ। ਆਪਣੇ ਅਰਜਨ ਦੇਵ ਜੀ ਨੂੰ ਇਹਨੇ ਤੱਤੀ ਤਵੀ 'ਤੇ ਬਿਠਾ ਕੇ ਸ਼ਹੀਦ ਕੀਤਾ ਸੀ 1606 ਦੇ ਵਿੱਚ, 30 ਮਈ 1606 ਨੂੰ, ਅਤੇ 22 ਮਈ 1606 ਨੂੰ ਇਹ ਗੁਰੂ ਜੀ ਨੂੰ ਫੜ ਕੇ ਲੈ ਗਿਆ ਸੀ। ਅਤੇ ਔਰੰਗਜ਼ੇਬ ਨੇ ਛੋਟੇ ਸਾਹਿਬਜ਼ਾਦੇ ਦੇ ਵੱਡੇ ਸਾਹਿਬਜ਼ਾਦੇ ਨੂੰ ਸ਼ਹੀਦ ਕਰਵਾਇਆ ਸੀ, ਠੀਕ ਹੈ। ਦੇਖੋ ਬਾਬਰ ਨੇ ਪਾਣੀਪਤ ਦੀ ਪਹਿਲੀ ਲੜਾਈ ਇਬਰਾਹਿਮ ਲੋਧੀ ਦੇ ਨਾਲ ਲੜੀ ਸੀ, ਠੀਕ ਹੈ। ਇਬਰਾਹਿਮ ਲੋਧੀ ਮੈਂ ਤੁਹਾਨੂੰ ਡਿਟੇਲ 'ਚ ਕਰਵਾ ਕੇ ਕਿ ਸਭ ਤੋਂ ਪਹਿਲਾਂ ਜਿਹੜੇ ਲੋਧੀ ਵੰਸ਼ ਦੀ ਨੀਂਹ ਰੱਖੀ ਸੀ ਉਹ ਹੈਗਾ ਸੀ ਆਪਣਾ ਬਹਿਲੋਲ ਲੋਧੀ, ਦੂਜੇ ਨੰਬਰ 'ਤੇ ਸਿਕੰਦਰ ਲੋਧੀ, ਤੀਸਰੇ ਨੰਬਰ 'ਤੇ ਆਪਣਾ ਕਿਹੜਾ ਸੀ? ਇਬਰਾਹਿਮ ਲੋਧੀ। ਪਹਿਲਾ ਸ਼ਾਸਕ ਬਹਿਲੋਲ ਲੋਧੀ ਸੀ, ਐਂਡ ਵਾਲਾ ਸ਼ਾਸਕ ਆਪਣਾ ਇਬਰਾਹਿਮ ਲੋਧੀ ਸੀ। ਜਿਹੜਾ ਸਿਕੰਦਰ ਲੋਧੀ ਸੀ ਇਹਨੇ ਹੀ ਆਗਰਾ ਅਤੇ ਲੁਧਿਆਣਾ ਸ਼ਹਿਰ ਵਸਾਏ ਸੀ, ਠੀਕ ਹੈ। ਅਤੇ ਜਿਹੜਾ ਬਾਬਰ ਸੀ, ਠੀਕ ਹੈ, ਇਹ ਜਿਹੜਾ ਰਾਣਾ ਸਾਂਗਾ ਸੀ, ਰਾਣਾ ਸਾਂਗਾ ਇਹ ਮਤਲਬ, ਅਤੇ ਇੱਕ ਦੌਲਤ ਖਾਂ ਲੋਧੀ ਸੀ, ਠੀਕ ਹੈ। ਤਤਾਰ ਖਾਂ ਸੀ, ਸੱਚ, ਇੱਕ ਤਤਾਰ ਖਾਂ ਸੀ। ਤਤਾਰ ਖਾਂ ਦਾ ਪੁੱਤਰ ਸੀ ਜਿਹੜਾ ਦੌਲਤ ਖਾਂ ਲੋਧੀ, ਉਹਦੀ ਤਾਂ ਇਹਦੇ ਨਾਲ ਬਣਦੀ ਸੀ ਆਪਣੇ ਨਾਲ ਇਬਰਾਹਿਮ, ਉਹਦੇ ਨਾਲ ਸਿਕੰਦਰ ਲੋਧੀ ਨਾਲ ਬਣਦੀ ਸੀ ਦੌਲਤ ਖਾਂ ਲੋਧੀ ਦੀ, ਠੀਕ ਹੈ। ਤੁਹਾਨੂੰ ਡਿਟੇਲ 'ਚ ਮਾੜਾ ਇੱਕ ਵਾਰੀ ਸੁਣ ਲਓ ਮੇਰੀ ਗੱਲ ਧਿਆਨ ਨਾਲ, ਇੱਥੇ ਤੁਹਾਨੂੰ ਦੱਸਦਾ ਮੈਂ ਕੁਛ। ਦੇਖੋ ਆਪਣੇ 3 ਲੋਧੀ ਵੰਸ਼ ਦਾ ਬਹੁਤ ਮਹੱਤਵਪੂਰਨ ਰੋਲ ਆਪਣੇ ਵਿੱਚ। ਲੋਧੀ ਵੰਸ਼ ਦੇ 3 ਰਾਜੇ ਹੋਏ ਸੀ, ਇਹ ਵੈਸੇ ਥਿਊਰੀ 'ਚ ਕਰਵਾ ਕੇ ਗਿਆ ਹੋਇਆ, ਇਹ ਵਾਰੀ ਰਿਪੀਟ ਹੋਣ ਨਾਲ ਨਾ ਪਤਾ ਲੱਗਦਾ ਰਹਿੰਦਾ। ਬਹਿਲੋਲ ਲੋਧੀ ਦਾ ਲੋਧੀ ਵੰਸ਼ ਦੀ ਨੀਂਹ ਰੱਖੀ ਸੀ, ਇਹਨੇ ਗਵਰਨਰ ਕਿਹਨੂੰ ਲਾਇਆ ਸੀ? ਤਤਾਰ ਖਾਂ ਨੂੰ ਲਾਇਆ ਸੀ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਆ ਗਿਆ ਸੀ ਆਪਣਾ ਸਿਕੰਦਰ ਲੋਧੀ, ਇਹ ਮੇਰੇ ਹਿਸਾਬ 'ਤੇ ਲਾਇਆ ਸੀ 87 ਦੇ ਵਿੱਚ, 87 ਦੇ ਵਿੱਚ ਲੱਗਿਆ ਸੀ, 1487 ਦੇ ਵਿੱਚ, ਹਾਂ 1487 ਦੇ ਵਿੱਚ ਇਹਨੂੰ ਲਾਤਾ ਸੀ। ਅਤੇ ਇਸ ਤੋਂ ਬਾਅਦ 1516 ਦੇ ਵਿੱਚ ਬੈਠਾ ਸੀ ਆਪਣਾ, ਇਹ ਅੰਕੜੇ ਦੱਸ ਰਹੇ, ਮੇਰੇ ਪੱਕੀਆਂ ਡੇਟਾ ਯਾਦ ਨਹੀਂ ਹੈਗੀਆਂ, ਬਸ ਇੱਦਾਂ ਮੈਨੂੰ ਕਨਫਰਮ ਹੈ ਕਿ ਇੱਥੇ ਕਿ ਬੈਠਾ ਸੀ। ਇਹ ਬੈਠਾ ਸੀ ਆਪਣਾ ਬਹਿਲੋਲ ਲੋਧੀ, ਸਿਕੰਦਰ ਲੋਧੀ ਅਤੇ ਇਬਰਾਹਿਮ ਲੋਧੀ। ਦੇਖੋ ਜਿਹੜਾ ਬਹਿਲੋਲ ਲੋਧੀ ਸੀ ਨੇ ਲੋਧੀ ਵੰਸ਼ ਦੀ ਨੀਂਹ ਰੱਖੀ ਸੀ, ਤਤਾਰ ਖਾਂ ਨੂੰ ਲਾਇਆ ਸੀ ਆਪਣਾ ਗਵਰਨਰ ਪੰਜਾਬ ਦਾ। ਸਿਕੰਦਰ ਲੋਧੀ ਨੇ ਲਾਇਆ ਸੀ ਦੌਲਤ ਖਾਂ ਲੋਧੀ ਨੂੰ, ਅਤੇ ਇੱਕ ਰਾਣਾ ਸੰਘਾ ਹੁੰਦਾ ਸੀ ਯਾਰ ਇਹਦਾ, ਠੀਕ ਹੈ। ਪਰ ਬਾਅਦ ਵਿੱਚ ਕੀ ਹੋਇਆ, ਜਦੋਂ ਇਬਰਾਹਿਮ ਲੋਧੀ ਗੱਦੀ 'ਤੇ ਬਹਿ ਗਿਆ, ਇਬਰਾਹਿਮ ਲੋਧੀ ਦੀ ਦੌਲਤ ਖਾਂ ਲੋਧੀ ਨਾਲ ਬਣਦੀ ਨਹੀਂ ਸੀ, ਇਹਨੂੰ ਪਸੰਦ ਨਹੀਂ ਸੀ ਦੌਲਤ ਖਾਂ ਲੋਧੀ ਨੂੰ। ਇਹ ਕੌਣ? ਇਬਰਾਹਿਮ ਲੋਧੀ ਨੂੰ ਪਸੰਦ ਨਹੀਂ ਸੀ ਦੌਲਤ ਖਾਂ ਲੋਧੀ, ਨਾ ਹੀ ਦੌਲਤ ਖਾਂ ਲੋਧੀ ਇਬਰਾਹਿਮ ਲੋਧੀ ਨੂੰ ਪਸੰਦ ਕਰਦਾ ਸੀ, ਜਿਹਦੇ ਕਰਕੇ ਇੰਨਾ ਨਹੀਂ ਕਿਹਾ ਸੀ ਜਾ ਕੇ ਉਹਨੂੰ ਆਪਣੇ ਬਾਬਰ ਨੂੰ ਕਿ ਤੂੰ ਹਮਲਾ ਕਰ ਦੇ ਅਤੇ ਇਹ ਤੋਂ ਇਹਦਾ ਰਾਜ ਖੋਲ੍ਹ ਅਤੇ ਰਾਜ ਖੋਹ ਕੇ ਸਾਨੂੰ ਦੇ ਦੀ ਤੂੰ। ਪਰ ਹੋਇਆ ਉਲਟ, ਜਦੋਂ ਉਹਨੇ ਜਿੱਤ ਲਿਆ ਸਾਰਾ ਕੁਛ, ਉਹਨਾਂ ਨੇ ਇਹਨੂੰ ਵਾਪਸ ਨਹੀਂ ਕੀਤਾ, ਉਹ ਆਪ ਹੀ ਰਾਜ ਕਰਨ ਬਹਿ ਗਿਆ ਇੱਥੇ, ਠੀਕ ਹੈ। ਬਾਬਰ ਨੇ ਜਿਹੜੀ ਪਾਣੀਪਤ ਦੀ ਪਹਿਲੀ ਲੜਾਈ ਕੀਤੀ ਸੀ ਇਬਰਾਹਿਮ ਲੋਧੀ ਨੇ 526 ਦੀ ਈਸਵੀ ਦੇ ਵਿੱਚ ਕੀਤੀ ਸੀ, ਇਬਰਾਹਿਮ ਲੋਧੀ ਨੂੰ ਹਰਾਤਾ ਸੀ ਉਹਨੇ, ਅਤੇ ਮੁਗਲ ਸਾਮਰਾਜ ਦੀ ਨੀਂਹ ਰੱਖੀ ਸੀ। ਇਸ ਤੋਂ ਬਾਅਦ ਬਾਬਰ ਨੇ, ਇਹ ਬਾਬਰ ਦੀਆਂ ਲੜਾਈਆਂ ਹੀ ਆ ਸਾਰੀਆਂ। ਇਸ ਤੋਂ ਬਾਅਦ ਰਾਣਾ ਸਾਂਗਾ ਨੇ ਦੇ ਨਾਲ ਬੈਟਲ ਆਫ ਖਾਨਵਾ, ਪੁੱਛਿਆ ਜਾ ਸਕਦਾ ਕਿ ਬੈਟਲ ਆਫ ਖਾਨਵਾ ਕਿਹਦੇ ਵਿਚਕਾਰ ਹੋਈ ਸੀ? ਬੈਟਲ ਆਫ ਖਾਨਵਾ ਜਿਹੜੀ ਹੋਈ ਸੀ ਇਹ ਹੋਈ ਸੀ ਆਪਣੀ ਮਹਾਰਾਜਾ ਰਾਣਾ ਸਾਂਗਾ ਅਤੇ ਬਾਬਰ ਦੇ ਵਿਚਕਾਰ। ਇਸ ਤੋਂ ਬਾਅਦ ਬੈਟਲ ਆਫ ਚੰਡੇਰੀ ਹੋਈ ਸੀ 1529 ਦੇ ਵਿੱਚ, ਆਹ ਡੇਟਾ ਵੀ ਨਾਲ ਯਾਦ ਰੱਖ ਲਿਓ। ਇਹ ਹੋਈ ਸੀ ਆਪਣੀ ਕਿ ਬੈਟਲ ਆਫ ਚੰਡੇਰੀ, ਬੈਟਲ ਆਫ ਚੰਡੇਰੀ ਹੋਈ ਸੀ 1528 ਦੇ ਵਿੱਚ, ਅਤੇ ਬੈਟਲ ਆਫ ਘਾਗਰਾ ਹੋਈ ਸੀ 1529 ਦੇ ਵਿੱਚ, ਠੀਕ ਹੈ। ਬਸ ਇੰਨੀ ਯਾਦ ਕਰ ਲਓ। ਇਸ ਤੋਂ ਬਾਅਦ ਬਾਬਰ ਨੇ ਤੁਜ ਕੇ ਬਾਬਰੀ ਵੀ ਲਿਖੀ ਸੀ। ਇਹ ਤੁਜ ਕੇ ਬਾਬਰੀ ਜਿਹੜੀ ਲਿਖੀ ਸੀ ਇਹ ਆਟੋਬਾਇਓਗ੍ਰਾਫੀ ਹੈ ਕਿਹਦੀ? ਬਾਬਰ ਦੀ। ਬਾਬਰ ਨੇ ਆਪਦੀ ਆਟੋਬਾਇਓਗ੍ਰਾਫੀ ਲਿਖੀ ਸੀ ਤੁਜ ਕੇ ਬਾਬਰੀ। ਪੁੱਛਿਆ ਜਾ ਸਕਦਾ ਕਿ ਇਹਨਾਂ ਦੇ ਵਿੱਚ ਕਿਹੜੀ ਆਟੋਬਾਇਓਗ੍ਰਾਫੀ ਹੈ? ਬਾਬਰ ਦੀ। ਆਟੋਬਾਇਓਗ੍ਰਾਫੀ ਉਹ ਹੁੰਦੀ ਹੈ ਜਿਹੜਾ ਬੰਦਾ ਆਪਦੇ ਜੀਵਨ 'ਤੇ ਲਿਖਦਾ, ਬਾਇਓਗ੍ਰਾਫੀ ਉਹ ਲੱਗਦੀ ਹੈ ਜਿਹੜੀ ਕਿਸੇ ਦੇ ਜੀਵਨ 'ਤੇ ਲਿਖੀ ਜਾਂਦੀ ਹੈ, ਠੀਕ ਹੈ। ਅਤੇ ਬਾਬਰਨਾਮਾ ਗੁਰੂ ਨਾਨਕ ਦੇਵ ਜੀ ਦੁਆਰਾ ਲਿਖੀ ਹੋਈ ਹੈ, ਝੁਲਝ ਨਾ ਜਾਇਓ। ਤੁਜ ਕੇ ਬਾਬਰੀ ਤਾਂ ਬਾਬਰ ਨੇ ਆਪ ਲਿਖੀ ਸੀ। ਜਿਹੜੀ ਬਾਬਰਨਾਮਾ ਇਹ ਆਪਣੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਦੇ ਵਿੱਚ ਬਾਬਰਨਾਮਾ ਬਾਣੀ ਹੈ, ਬਾਬਰ ਬਾਣੀ ਵੀ ਕਹਿ ਦਿੰਦੇ ਉਹਨੂੰ,
ਉਹਦੇ ਵਿੱਚ ਗੁਰੂ ਨਾਨਕ ਦੇਵ ਜੀ ਨੇ ਸਾਰੀ ਘਟਨਾ ਬਰਤਾਂਤ ਕੀਤਾ ਗਿਆ ਹੋਇਆ, ਕਿਉਂਕਿ ਸੈਦਪੁਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਬੰਦੀ ਬਣਾ ਲਿਆ ਸੀ, ਅਤੇ ਇਸ ਲਈ ਉਸ ਘਟਨਾ ਦਾ ਬਰਤਾਂਤ ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਬਾਬਰ ਬਾਣੀ ਦੇ ਵਿੱਚ ਦੱਸਿਆ ਹੋਇਆ ਹੈ। ਠੀਕ ਹੈ, ਇਹ ਸਾਰੀਆਂ ਯਾਦ ਕਰ ਲਿਓ, ਡੇਟਾਂ ਵੀ ਰਟਾਈਆਂ ਵੀ। ਅੰਮ੍ਰਿਤਸਰ ਸ਼ਹਿਰ ਕਿਸ ਨੇ ਵਸਾਇਆ ਸੀ? ਤੁਹਾਨੂੰ ਬੱਚੇ ਨੂੰ ਪਤਾ ਹੋਣਾਗਾ, ਇਹ ਤਾਂ ਦੱਸਣ ਦੀ ਲੋੜ ਹੀ ਨਹੀਂ। ਜੇ ਇਹ ਵੀ ਨਹੀਂ ਹੁੰਦਾ ਫਿਰ ਸ਼ਰਮ ਦੀ ਗੱਲ ਹੈ। ਗੁਰੂ ਨਾਨਕ ਦੇਵ ਜੀ, ਗੁਰੂ ਰਾਮਦਾਸ ਜੀ, ਅਮਰਦਾਸ ਜੀ, ਅਰਜਨ ਦੇਵ ਜੀ। ਤਾਂ ਇਹ ਵਸਾਇਆ ਸੀ ਭਾਈ ਆਪਣਾ ਸ਼੍ਰੀ ਗੁਰੂ ਰਾਮਦਾਸ ਜੀ ਨੇ ਵਸਾਇਆ ਸੀ, ਅਤੇ ਇਹਨਾਂ ਦਾ ਬਚਪਨ ਦਾ ਨਾਮ ਕੀ ਸੀ? ਭਾਈ ਜੇਠਾ ਜੀ। ਠੀਕ ਹੈ, ਭਾਈ ਜੇਠਾ ਜੀ। ਅੰਮ੍ਰਿਤਸਰ ਸ਼ਹਿਰ ਦਾ ਪੁਰਾਣਾ ਨਾਮ ਰਾਮਦਾਸਪੁਰਾ, ਪੁਰਾਣੇ ਟਾਈਮ ਦੇ ਵਿੱਚ ਰਾਮਦਾਸਪੁਰਾ ਦੇ ਨਾਮ ਨਾਲ ਜਾਣਿਆ ਸੀ। ਇਹ ਜ਼ਮੀਨ ਅੰਮ੍ਰਿਤਸਰ ਵਸਾਉਣ ਲਈ ਬੀਬੀ ਭਾਨੀ ਨੂੰ ਅਕਬਰ ਬਾਦਸ਼ਾਹ ਨੇ ਦਾਨ ਕੀਤੀ ਸੀ। ਵੈਰੀ ਇੰਪੋਰਟੈਂਟ ਪੋਜੀਸ਼ਨ ਹੈ, ਕਿਹਨੇ ਦਾਨ ਕੀਤੀ ਸੀ? ਅਕਬਰ ਬਾਦਸ਼ਾਹ ਨੇ ਬੀਬੀ ਭਾਨੀ ਨੂੰ ਇਹ ਦੇਤਾ। ਜ਼ਮੀਨ ਦੇਣ ਦੀ ਗੱਲ ਤਾਂ ਉਹਨੇ ਕਿਹਾ ਸੀ ਕਿ ਰਾਮਦਾਸ ਜੀ ਨੂੰ ਦਿੰਦਾ ਮੈਂ ਜ਼ਮੀਨ, ਪਰ ਰਾਮਦਾਸ ਜੀ ਕਹਿੰਦੇ ਮੈਂ ਜ਼ਮੀਨ ਨਹੀਂ ਲੈ ਸਕਦਾ ਤੁਹਾਡੇ ਤੋਂ। ਉਹ ਕਹਿੰਦਾ ਜੇ ਤੂੰ ਨਹੀਂ ਲੈ ਸਕਦਾ, ਅਕਬਰ ਕਹਿੰਦਾ ਮੈਂ ਆਪਣੀ ਧੀ ਨੂੰ ਦਾਨ ਕਰ ਦਿੰਦਾ, ਮੈਂ ਆਪਣੀ ਭੈਣ ਨੂੰ ਦਾਨ ਕਰ ਦਿੰਦਾ। ਤਾਂ ਉਹਨੇ ਬੀਬੀ ਭਾਨੀ ਨੂੰ ਦਿੱਤੀ ਸੀ ਜ਼ਮੀਨ। ਠੀਕ ਹੈ ਜੀ। ਇਸ ਤੋਂ ਬਾਅਦ ਆ ਗਿਆ ਆਪਾਂ ਅਗਲੇ ਪ੍ਰਸ਼ਨ ਦੇ ਬੱਚੋ। ਮੰਤਰਾਂ ਦੇ ਬਾਰੇ ਕਿਸ ਵੇਦ ਦੇ ਵਿੱਚ ਦੱਸਿਆ ਗਿਆ ਹੈਗਾ? ਰਿਗਵੇਦ, ਸਾਮਵੇਦ, ਯੁਰਵੇਦ, ਅਥਰਵੇਦ। ਤਾਂ ਇਹ ਦੱਸਿਆ ਹੋਇਆ ਰਿਗਵੇਦ ਦੇ ਵਿੱਚ। ਆਪਣਾ ਸਭ ਤੋਂ ਪੁਰਾਣਾ ਜਿਹੜਾ ਵੇਦ ਆ ਬੱਚਿਓ ਉਹ ਰਿਗਵੇਦ ਹੀ ਹੈ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਹਾਂ ਬੱਚੋ, ਜਿਹੜਾ ਇਹ ਪੇਪਰ ਹੈ ਨਾ FCI ਦਾ, ਇਹ 2 ਲੈਂਗੁਏਜ ਦੇ ਵਿੱਚ 3 ਲੈਂਗੁਏਜ ਦੇ ਵਿੱਚ ਹੋਊਗਾ। 3 ਲੈਂਗੁਏਜ ਦੇ ਵਿੱਚ ਹੋਣਾ ਇਹ। ਕਿਹੜੀ ਲੈਂਗੁਏਜ ਹੈ? ਪੰਜਾਬੀ, ਹਿੰਦੀ ਅਤੇ ਇੰਗਲਿਸ਼। ਠੀਕ ਹੈ, ਘਬਰਾਉਣ ਦੀ ਕੋਈ ਲੋੜ ਨਹੀਂ, 3 ਭਾਸ਼ਾਵਾਂ ਦੇ ਵਿੱਚ ਹੋਊਗਾ। ਸਿਲੇਬਸ ਤੁਹਾਨੂੰ ਮੈਂ ਦੱਸਤਾ। ਵਿੱਚ ਬੱਚੇ ਕਹੀ ਜਾਂਦੇ ਆਈ ਨਹੀਂ ਹੋਣਾ ਜੀ 90 ਨੰਬਰਾਂ ਦਾ ਪੇਪਰ, ਕੋਈ 90 ਨੰਬਰਾਂ ਨਹੀਂ ਹੋਣਾ। ਲਿਖ ਕੇ ਦੇਣ ਨੂੰ ਤਾਂ 120 ਨੰਬਰਾਂ ਦਾ ਪੇਪਰ ਹੋਣਾ। 30 ਦੀ ਪੰਜਾਬੀ, 30 ਦਾ ਮੈਥ, 30 ਦੀ ਇੰਗਲਿਸ਼, 30 ਦੀ GK। ਠੀਕ ਹੈ, ਆਪਾਂ ਇਹਨਾਂ ਦੇ ਸਭ ਤੋਂ ਜ਼ਿਆਦਾ ਫੋਕਸ ਕਰਨਾ। ਇੰਗਲਿਸ਼ ਦੇ ਵਿੱਚੋਂ ਤਾਂ ਆਪਾਂ 20 ਨੰਬਰ ਵੀ ਲੈ ਕੇ ਨਾ ਬਹੁਤ ਹੈ। ਮੰਤਰਾਂ ਦੇ ਬਾਰੇ ਕਿਸ ਵੇਦ ਦੇ ਵਿੱਚ ਦੱਸਿਆ ਗਿਆ ਹੈਗਾ? ਮੰਤਰਾਂ ਦੇ ਬਾਰੇ ਰਿਗਵੇਦ ਦੇ ਵਿੱਚ। ਰਿਗਵੇਦ ਦੇ ਵਿੱਚ 1028 ਦਾ ਸੂਤਰ ਹੈ ਭਾਈ। ਕਿੰਨੇ? 1028 ਦਾ ਸੂਤਰ ਹੈ ਅਤੇ 10 ਮੰਡਲ ਹੈ। ਰਿਗਵੇਦ ਦੇ ਵਿੱਚ 1028 ਸੂਤਰ ਹੈ ਅਤੇ 10 ਮੰਡਲ ਹੈ। ਤੀਜੇ ਮੰਡਲ ਦੇ ਵਿੱਚ ਗਾਇਤਰੀ ਮੰਤਰ ਬਾਰੇ ਚਰਚਾ ਕੀਤੀ ਗਈ ਹੈ। ਠੀਕ ਹੈ, ਤੀਸਰੇ ਮੰਡਲ ਦੇ ਵਿੱਚ ਜਿਹੜਾ ਰਿਗਵੇਦ ਦਾ ਤੀਸਰਾ ਮੰਡਲ ਹੈ ਉਹਦੇ ਵਿੱਚ ਹੀ ਗਾਇਤਰੀ ਮੰਤਰ ਦੀ ਚਰਚਾ ਕੀਤੀ ਗਈ ਹੈ। ਪੁੱਛਿਆ ਜਾਂਦਾ ਕਿੰਨੇ ਸੂਤਰ ਹੈ? 1028 ਸੂਤਰ ਹੈ ਅਤੇ 10 ਵਿੱਚ ਮੰਡਲ। ਸੂਤਰਾਂ ਨੂੰ ਹਾਈਮਨ ਵੀ ਕਹਿ ਦਿੰਦੇ ਆ। ਠੀਕ ਹੈ, ਕਿਵੇਂ ਹਾਈਮਨ ਲਿਖਿਆ ਜੇ ਉਲਝ ਨਾ ਜਾਏ, ਸੂਤਰਾਂ ਨੂੰ ਹਾਈਮਨ ਕਹਿ ਦਿੰਦੇ ਆ। ਅਤੇ ਸਾਮਵੇਦ ਆ ਜਿਹੜਾ, ਇਹਦੇ ਵਿੱਚ ਸੰਗੀਤ ਬਾਰੇ ਗੱਲ ਕੀਤੀ ਗਈ ਹੈ। ਯੁਰਵੇਦ ਦੇ ਵਿੱਚ ਜੱਗਾਂ ਬਾਰੇ ਗੱਲ ਕੀਤੀ ਗਈ ਹੈ ਅਤੇ ਅਥਰਵੇਦ ਦੇ ਵਿੱਚ ਜਾਦੂ ਟੋਣੇ ਬਾਰੇ ਗੱਲ ਕੀਤੀ ਗਈ ਹੈ। ਠੀਕ ਹੈ, ਇਹ ਸਾਰੇ ਫੇਰ ਲਿਓ। ਇਸ ਤੋਂ ਬਾਅਦ ਰਿਗਵੇਦ ਦੇ ਵਿੱਚ ਕੋਈ ਪ੍ਰਸ਼ਨ ਨਹੀਂ ਬਣੂਗਾ ਗ੍ਰੰਥਾਂ ਦੇ ਵਿੱਚ। ਠੀਕ ਹੈ, ਲਿਖਣ ਦਾ ਮਤਲਬ ਆਪਣੇ ਇਹ ਹੈ ਕਿ ਬੱਚੇ ਨੂੰ ਕਿਸੇ ਚੀਜ਼ ਦੀ ਕੱਲ੍ਹ ਨੂੰ ਤੁਸੀਂ ਰਿਵੀਜ਼ਨ ਕਰਨੀ ਹੈ, ਇਹ ਨਾ ਹੋਵੇ ਕਿ ਤੁਸੀਂ ਲੰਕੀ ਜਾਓ ਬਸ ਚੱਕਿਆ PDF ਇੱਕ ਵਾਰੀ ਫੇਰਤੀ ਸਾਰੀ। ਆਹ ਪ੍ਰਸ਼ਨ ਆਇਆ ਹੋਇਆ ਆਪਣਾ PSSB ਕਲਰਕ ਦੇ ਪੇਪਰ ਦੇ ਵਿੱਚ। ਪਹਿਲੀ 5 ਸਾਲਾ ਯੋਜਨਾਵਾਂ ਕਿਸ ਸਾਲ ਸ਼ੁਰੂ ਕੀਤੀ ਗਈ ਸੀ? 51, 55, 47 ਕਿ 62। ਤਾਂ ਇਹ ਸ਼ੁਰੂ ਕੀਤੀ ਗਈ ਸੀ ਭਾਈ 1951 ਦੇ ਵਿੱਚ। ਆਹ ਪ੍ਰਸ਼ਨ ਵੀ ਬੜਾ ਇੰਪੋਰਟੈਂਟ ਨੇ, ਇੱਕ ਵਾਰੀ ਕਰ ਲਿਓ। ਸੋਫੋ ਮੋਟੋਮੋਬਾਈਲ ਲਿਮਟਿਡ ਕਿਸ ਕੰਪਨੀ? ਇੱਕ ਕਿਸੇ ਵੀ ਚੀਜ਼ ਮਗਰ ਲਿਮਟਿਡ ਪੈ ਜੇ ਨਾ, LTD ਲਿਖਿਆ ਹੋਵੇ ਸਮਝ ਲਓ ਪ੍ਰਾਈਵੇਟ ਕੰਪਨੀ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ, ਤੁਹਾਨੂੰ ਨੌਲੇਜ ਵਾਸਤੇ ਦੱਸਦੀ। ਤਾਂ ਇਹ ਜਿਹੜੀ ਹੈਗੀ ਇਹ ਮੇਰੇ ਹਿਸਾਬ 'ਤੇ ਮਾਈਕਰੋਸੋਫਟ ਦੀ ਇਹ। ਠੀਕ ਹੈ, ਸੋਫੋ ਮੋਟੋ। ਆਹ ਵੈਰੀ ਇੰਪੋਰਟੈਂਟ। ਚਾਈਨੀਜ਼ ਯਾਤਰੀ ਭਾਰਤ ਵਿੱਚ ਕਿਸ ਯੂਨੀਵਰਸਿਟੀ ਪੜ੍ਹਦਾ ਸੀ? ਹਿਊਂਗ-ਸਾਂਗ ਦੀ ਗੱਲ ਕਰ ਰਹੇ ਇਹ। ਕਿ ਕਿਹਦੇ 'ਚ ਪੜ੍ਹਦਾ ਸੀ ਇਹ ਪੜ੍ਹਦਾ ਸੀ ਨਾਲੰਦਾ ਯੂਨੀਵਰਸਿਟੀ ਦੇ ਵਿੱਚ। ਠੀਕ ਹੈ, ਨਾਲੰਦਾ ਯੂਨੀਵਰਸਿਟੀ ਬਿਹਾਰ ਦੇ ਵਿੱਚ ਹੈ। ਬਸ ਇਹ ਵੀ ਕੋਈ ਜਿਹੜਾ ਬਸ ਇਹੀ ਪੜ੍ਹ ਲਓ ਕਿ ਨਾਲੰਦਾ ਯੂਨੀਵਰਸਿਟੀ ਕਿਤੇ ਬਿਹਾਰ ਦੇ ਵਿੱਚ ਆਪਰੇਸ਼ਨ ਆਇਆ ਜਾਊਗਾ। ਆਹ ਬਹੁਤ ਇੰਪੋਰਟੈਂਟ ਆਪਰੇਸ਼ਨ ਹੈ। ਇਹਨਾਂ ਵਿੱਚੋਂ ਕਿਸ ਨੇ ਆਪਣੀ ਰਾਜਧਾਨੀ ਲਾਹੌਰ ਨੂੰ ਬਣਾਇਆ ਸੀ? ਲਾਹੌਰ ਨੂੰ ਆਪਣੀ ਰਾਜਧਾਨੀ ਕਿਹਨੇ ਬਣਾਇਆ ਸੀ? ਇਲਤੁਤਮਿਸ਼ ਨੇ, ਬਲਬਨ ਨੇ, ਫਿਰੋਜ਼ ਸ਼ਾਹ ਤੁਗਲਕ ਕਿ ਕੁਤਬਦੀਨ ਐਬਕ ਨੇ? ਤਾਂ ਇਹ ਬਣਾਇਆ ਸੀ ਕੁਤਬਦੀਨ ਐਬਕ ਨੇ ਬਣਾਇਆ ਸੀ। ਕਿਹਨੂੰ? ਲਾਹੌਰ ਨੂੰ ਆਪਣੀ ਰਾਜਧਾਨੀ। ਬਲਬਨ ਤੇ ਇਲਤੁਤਮਿਸ਼ ਨੇ ਤਾਂ ਦਿੱਲੀ ਨੂੰ ਬਣਾਇਆ ਸੀ। ਤਾਂ ਕੁਤਬਦੀਨ ਐਬਕ ਆ ਜਿਹੜਾ ਇਹਨੇ ਬਣਾਇਆ ਸੀ ਆਪਣਾ ਰਾਜਧਾਨੀ ਲਾਹੌਰ ਨੂੰ ਆਪਣੀ। ਠੀਕ ਹੈ, ਕੁਤਬਦੀਨ ਐਬਕ ਨੇ ਹੀ ਉਹ ਕੁਤਬ ਮੀਨਾਰ ਦੀ ਸਥਾਪਨਾ ਕੀਤੀ ਸੀ, ਪਰ ਬਾਅਦ ਵਿੱਚ ਇਹਦਾ ਕੰਮ ਇਹ ਤੋਂ ਪੂਰਾ ਨਹੀਂ ਹੋਇਆ ਸੀ, ਡੈਥ ਹੋ ਗਈ ਸੀ ਵਿੱਚ। ਠੀਕ ਹੈ, ਇਹ ਗੱਲ ਯਾਦ ਰੱਖਣੀ, ਪੂਰਾ ਕੰਮ ਨਹੀਂ ਕਰਵਾਇਆ ਗਿਆ ਸੀ ਇਹ ਤੋਂ। ਜਿਹੜੀ ਰਜੀਆ ਸੁਲਤਾਨ ਉਹ ਇਲਤੁਤਮਿਸ਼ ਦੀ ਪੁੱਤਰੀ ਸੀ। ਠੀਕ ਹੈ, ਜਿਹੜੀ ਕਿ ਪਹਿਲੀ ਔਰਤ ਦਿੱਲੀ ਦੀ ਸੁਲਤਾਨ ਬਣੀ ਸੀ। ਜੌਨਪੁਰ ਦਾ
ਸਥਾਪਨਾ ਜੌਨਪੁਰ ਦੀ ਸਥਾਪਨਾ ਜਿਹੜੀ ਕੀਤੀ ਸੀ ਉਹ ਫਿਰੋਜ਼ ਸ਼ਾਹ ਤੁਗਲਕ ਨੇ ਕੀਤੀ ਸੀ, ਅਤੇ ਜੌਨਪੁਰ ਨੂੰ ਸਰਾਜ ਏ ਹਿੰਦ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜੇ ਫਿਰੋਜ਼ ਸ਼ਾਹ ਤੁਗਲਕ ਬਾਰੇ ਨਹੀਂ ਗੱਲਾਂ ਪਈਆਂ, ਫਿਰੋਜ਼ ਸ਼ਾਹ ਤੁਗਲਕ ਬਾਰੇ ਲਿਖਿਆ ਹੋਇਆ ਇੰਨਾ ਕੁਛ ਕਿ ਜਿਹੜਾ ਇਹ ਹੈ ਜੌਨਪੁਰ ਦੀ ਸਥਾਪਨਾ ਵੀ ਨਹੀਂ ਕੀਤੀ ਸੀ, ਅਤੇ ਜੌਨਪੁਰ ਦਾ ਦੂਸਰਾ ਨਾਮ ਕੀ ਹੈ, ਸਰਾਜ ਏ ਹਿੰਦ। FCI ਦੇ ਵਿੱਚ ਤੁਹਾਨੂੰ ਬਿਲਕੁਲ ਸੇਮ ਟੂ ਸੇਮ ਐਡੀਸ਼ਨ ਮਿਲਣਗੇ, ਕੋਈ ਵੀ ਐਡੀਸ਼ਨ ਤੁਹਾਨੂੰ ਬਾਹਰੋਂ ਨਹੀਂ ਮਿਲੂ। ਤੁਸੀਂ ਮੈਨੂੰ ਇਹ ਨਹੀਂ ਪਤਾ, ਤੁਸੀਂ 30 ਦੇ ਵਿੱਚੋਂ 28 29 ਐਡੀਸ਼ਨ ਆਰਾਮ ਨਾਲ ਕਰਕੇ ਆਉਂਗੇ। ਪ੍ਰਕਾਸ਼ ਦੀ ਚਾਲ ਕਿੰਨੀ ਹੁੰਦੀ ਹੈ? 2 ਲੱਖ, 4 ਲੱਖ, 5 ਲੱਖ, 3 ਲੱਖ। ਠੀਕ ਹੈ, ਤਾਂ ਪ੍ਰਕਾਸ਼ ਦੀ ਚਾਲ ਕਿਲੋਮੀਟਰ ਲਿਖ ਲਿਓ, ਠੀਕ ਹੈ ਨਾਲ। ਤਾਂ ਇਹ ਹੁੰਦੀ ਆਪਣੀ ਡੀ ਨੰਬਰ ਆਪਸ਼ਨ, 30,000 ਹੁੰਦੀ ਹੈ ਭਾਈ, ਠੀਕ ਹੈ, 3 ਲੱਖ ਸੱਚ। ਆਹ ਹੁਣ ਗੱਲਾਂ ਧਿਆਨ ਨਾਲ ਸੁਣ ਲਓ। ਸੂਰਜ ਦਾ ਪ੍ਰਕਾਸ਼ ਧਰਤੀ 'ਤੇ ਆਉਣ 'ਤੇ 8 ਮਿੰਟ ਲੱਗਦੇ ਆ। ਅੱਧੀਆਂ ਬੁੱਕਸ ਦੇ ਵਿੱਚ 8 ਮਿੰਟ 15 ਸਕਿੰਟ ਵੀ ਲਿਖੇ ਹੋਣਗੇ, ਪਰ ਜਿਹੜੀ ਪ੍ਰੋਪਰ ਅਤੇ ਜੈਨੂਅਨ ਵੈਲੂ ਹੈ ਉਹ ਆਪਣੀ ਕਿੰਨੀ ਆ, 8 ਮਿੰਟ ਹੈ। ਠੀਕ ਹੈ, ਸੂਰਜ ਦਾ ਪ੍ਰਕਾਸ਼ ਧਰਤੀ 'ਤੇ ਆਉਣ 'ਤੇ 8 ਮਿੰਟ ਲੱਗਦੇ ਆ। ਅਤੇ ਸੂਰਜ ਦਾ ਤਾਪਮਾਨ 6000 ਆ ਭਾਈ, 6000 ਸੈਲਸੀਅਸ। ਪਰ ਸਹੀ ਹੈ, ਇੱਥੇ ਨਾ ਗਲਤੀ ਨਾਲ 6500 ਪੈ ਗਿਆ, ਇਹਦੇ 6000 ਹੈਗਾ। ਮੈਂ ਤੁਹਾਨੂੰ ਠੀਕ ਕਰ ਦੂੰਗਾ ਜੋ PDF ਦੇਊਂਗਾ, ਠੀਕ ਹੈ। ਸੂਰਜ ਦੇ ਵਿੱਚ ਸਭ ਤੋਂ ਜ਼ਿਆਦਾ ਗੈਸ ਕਿਹੜੀ ਹੈ? ਹਾਈਡਰੋਜਨ। ਜਿਸ ਨੂੰ ਪੁੱਛਣ ਸੂਰਜ ਦੇ ਵਿੱਚ ਸਭ ਤੋਂ ਜ਼ਿਆਦਾ ਗੈਸ ਕਿਹੜੀ ਹੈ, ਅਤੇ ਹਾਈਡਰੋਜਨ, ਹੀਲੀਅਮ ਦੀ ਆਪਸ਼ਨ ਹੋਊਗੀ, ਹਾਈਡਰੋਜਨ ਲਾ ਕੇ ਆਉਣੀ ਹੈ, ਠੀਕ ਹੈ। ਸਾਊਂਡ ਦੇ ਨਾਲੋਂ ਆਵਾਜ਼, ਸਾਊਂਡ ਨੂੰ ਆਪਾਂ ਕਹਿੰਦੇ ਆਵਾਜ਼ ਦੇ ਨਾਲੋਂ ਪ੍ਰਕਾਸ਼ ਦੀ ਸਪੀਡ ਜ਼ਿਆਦਾ ਹੁੰਦੀ ਹੈ। ਉਦਾਹਰਨ ਬਿਜਲੀ ਦਾ ਚਮਕਣਾ ਅਤੇ ਬੱਦਲਾਂ ਦਾ ਗਰਜਣਾ। ਤੁਸੀਂ ਜਦੋਂ ਆਪਣੇ ਮੀਂਹ ਪੈਂਦਾ, ਬਾਰਿਸ਼ ਹੁੰਦੀ ਹੈ, ਜਿਹੜਾ ਬਾਰਿਸ਼ ਸ਼ਬਦ ਹੈ ਨਾ ਇਹ ਆਪਣਾ ਸ਼ਬਦ ਨਹੀਂ ਹੈਗਾ ਬਾਰਿਸ਼, ਇਹ ਉਰਦੂ ਦਾ ਸ਼ਬਦ ਬਾਰਿਸ਼। ਆਪਣੇ ਪੰਜਾਬੀ ਦਾ ਸ਼ਬਦ ਨਾ ਮੀਂਹ ਹੈਗਾ, ਠੀਕ ਹੈ। ਬਹੁਤ ਸ਼ਬਦ ਆਪਾਂ ਉਰਦੂ ਦੇ ਯੂਜ਼ ਕਰਦੇ ਹਾਂ, ਆਪਾਂ ਨੂੰ ਇਹ ਵੀ ਨਹੀਂ ਪਤਾ ਲੱਗਦਾ ਕਿ ਆਪਾਂ ਉਰਦੂ ਦੇ ਸ਼ਬਦ ਯੂਜ਼ ਕਰੀ ਜਾਂਦੇ ਹਾਂ। ਇਤਫਾਕ, ਠੀਕ ਹੈ, ਇਤਫਾਕ ਇਹ ਸ਼ਬਦ ਉਰਦੂ ਦੇ, ਆਪਣੇ ਸ਼ਬਦ ਨਹੀਂ ਹੈਗੇ। ਬਾਰਿਸ਼, ਇਤਫਾਕ ਅਤੇ ਹੋਰ ਵੀ ਬਹੁਤ ਸਾਰੇ ਸ਼ਬਦ। ਦੇਖੋ ਜਦੋਂ ਆਪਾਂ ਮੀਂਹ ਮੂੰਹ 'ਚ ਬੈਠੇ ਹੁੰਦੇ ਹਾਂ, ਕਈ ਵਾਰੀ ਕੀ ਹੁੰਦਾ, ਬੱਦਲ ਤਾਂ ਪਹਿਲਾਂ ਲਸ਼ਕ ਜਾਂਦਾ ਅਤੇ ਗਰਜਨ ਦੀ ਆਵਾਜ਼ ਆਪਾਂ ਨੂੰ ਵਾਹਵਾ ਟਾਈਮ ਬਾਅਦ ਸੁਣਦੀ ਹੈ। ਉਹਦਾ ਕਾਰਨ ਇਹੀ ਹੁੰਦਾ ਕਿ ਜਿਹੜੀ ਪ੍ਰਕਾਸ਼ ਦੀ ਸਪੀਡ ਹੈ ਉਹ ਸਾਊਂਡ ਦੀ ਸਪੀਡ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ। ਇਹ ਗੱਲ ਯਾਦ ਰੱਖਿਆ, ਪੁੱਛਿਆ ਜਾਊਗਾ ਪੇਪਰ ਵਿੱਚ, ਕਿਉਂਕਿ ਸੈਂਸ ਵੀ ਪਾਉਣੀ ਉਹਨਾਂ ਨੇ ਵਿੱਚ, ਠੀਕ ਹੈ। ਤਾਂ ਸਾਊਂਡ ਦੀ ਜਿਹੜੀ ਆਵਾਜ਼ ਹੁੰਦੀ ਹੈ ਉਹ ਜ਼ਿਆਦਾ ਹੁੰਦੀ ਹੈ, ਕਿਹਦੇ ਨਾਲੋਂ? ਸਾਊਂਡ ਦੀ ਸਪੀਡ ਆਵਾਜ਼ ਘੱਟ ਹੁੰਦੀ ਹੈ, ਕਿਹਦੇ ਨਾਲੋਂ? ਪ੍ਰਕਾਸ਼ ਨਾਲੋਂ। 6000 ਟੈਂਪਰੇਚਰ ਹੁੰਦਾ ਸੂਰਜ ਦਾ। ਸਭ ਤੋਂ ਜ਼ਿਆਦਾ ਗੈਸ ਸੂਰਜ ਦੇ ਵਿੱਚ ਹਾਈਡਰੋਜਨ ਹੁੰਦੀ ਹੈ, ਅਤੇ 8 ਮਿੰਟ ਦੇ ਵਿੱਚ ਸੂਰਜ ਦੀ ਰੋਸ਼ਨੀ ਧਰਤੀ 'ਤੇ ਪਹੁੰਚਦੀ ਹੈ, ਠੀਕ ਹੈ ਜੀ। ਇੱਕ ਕੰਡੀਸ਼ਨ ਹੋਰ ਆ ਸਕਦਾ ਹੁੰਦਾ, ਜਿਹੜਾ ਚੰਦਰਮਾ ਉਹ ਕਿਸ ਦੀ ਰੋਸ਼ਨੀ ਨਾਲ ਚਮਕਦਾ ਹੈਗਾ? ਜਿਹੜਾ ਚੰਦਰਮਾ ਗਾ ਉਹ ਸੂਰਜ ਦੀ ਰੋਸ਼ਨੀ ਨਾਲ ਚਮਕਦਾ ਹੈਗਾ। ਇਹ ਗੱਲ ਯਾਦ ਰੱਖਣੀ ਹੈ। ਸੂਰਜ ਦਾ, ਚੰਦਰਮਾ ਦਾ ਆਪਦਾ ਕੋਈ ਪ੍ਰਕਾਸ਼ ਨਹੀਂ ਹੈਗਾ, ਸੂਰਜ ਦੇ ਪ੍ਰਕਾਸ਼ ਨਾਲ ਹੀ ਚੰਦਰਮਾ ਚਮਕਦਾ। ਇਹ ਗੱਲ ਯਾਦ ਰੱਖਿਓ। ਟੂ ਸੇਵ ਏ ਨਿਊ ਡਾਕੂਮੈਂਟ, ਜਦੋਂ ਆਪਾਂ ਕੋਈ ਡਾਕੂਮੈਂਟ ਸੇਵ ਕਰਨਾ MS ਆਫਿਸ ਦੇ ਵਿੱਚ, ਤਾਂ ਉਹਦੇ ਵਾਸਤੇ ਆਪਾਂ ਕੀ ਕਰਾਂਗੇ? ਦੇਖੋ ਆ ਵੀ ਨਹੀਂ ਆ ਸਕਦਾ, ਆ ਵੀ ਨਹੀਂ ਆ ਸਕਦਾ। ਦੇਖੋ ਆਹ ਦੋਨੇ ਆਪਸ਼ਨ ਹੈਗੀਆਂ, ਇਹਨਾਂ 'ਚੋਂ ਤੁਸੀਂ ਕਿਸੇ ਟਿਕ ਨਹੀਂ ਲਾਉਣੀ, ਸਿਰਫ ਸੁਣ ਲਿਓ। ਦੇਖੋ ਜੀ, ਸਮਝਣ ਵਾਲੀ ਗੱਲ ਕੀ ਹੈ, ਕਹਿੰਦੇ ਮੰਨ ਲਓ ਆਪਾਂ ਕਿਸੇ ਚੀਜ਼ ਨੂੰ ਸੇਵ ਕਰਨਾ, ਡਾਇਰੈਕਟ ਹੀ ਸੇਵ ਕਰਨਾ ਆਪਾਂ, ਫਿਰ ਤਾਂ ਆਪਾਂ ਸੇਵ ਦੱਬ ਲਾਂਗੇ, ਉਹ ਚੀਜ਼ ਸੇਵ ਹੋ ਜੂਗੀ। ਪਰ ਜੇ ਆਪਾਂ ਸੇਵ ਐਜ਼ ਕਰਾਂਗੇ, ਜੇ ਆਪਾਂ ਸੇਵ ਐਜ਼ ਕਰਾਂਗੇ ਤਾਂ ਉਹ ਚੀਜ਼ ਆਪਾਂ ਨੂੰ ਕੀ ਮੰਗੂਗੀ? ਲੋਕੇਸ਼ਨ ਮੰਗੂਗੀ। ਭਾਈ ਤੁਸੀਂ ਇਹਦਾ ਡਾਕੂਮੈਂਟ ਬਣਾਉਣਾ, ਤੁਸੀਂ ਇਹਦੀ PDF ਫਾਈਲ ਬਣਾਉਣੀ, ਕੀ ਬਣਾਉਣਾ ਗਾ, ਠੀਕ ਹੈ। ਜੇ ਤਾਂ ਆਪਾਂ ਨੂੰ ਪੁੱਛ ਲਿਆ ਕਿ ਸੇਵ, ਜੇਕਰ ਆਪਾਂ ਕੋਈ ਚੀਜ਼ ਸੇਵ ਕਰਦੇ ਹਾਂ ਅਤੇ ਉਹ ਚੀਜ਼ ਅੱਗੇ ਲੋਕੇਸ਼ਨ ਮੰਗਦੀ ਹੈ, ਤਾਂ ਆਪਾਂ ਕੀ ਕਰਾਂਗੇ? ਤਾਂ ਸੇਵ ਐਸ ਦੱਬਾਂਗੇ। ਜੇ ਆਪਾਂ ਕਿਸੇ ਵੈਲਿਊ ਨੂੰ ਡਾਇਰੈਕਟ ਸੇਵ ਕਰਨਾ ਤਾਂ ਆਪਾਂ ਸੇਵ ਦੱਬਾਂਗੇ, ਠੀਕ ਹੈ। ਜ਼ਿਆਦਾਤਰ ਤੁਸੀਂ ਆਨਸਰ ਜੇ ਕੋਈ ਲਾ ਕੇ ਆਉਣਾ ਗਾ, ਸੇਵ ਐਸ 'ਤੇ ਲਾ ਕੇ ਆਉਣਾ ਗਾ, ਠੀਕ ਹੈ। ਆਹ ਦੇਖੋ, ਸੇਵ ਦੇ ਨਾਲ ਫਾਈਲ ਸਿੱਧੀ ਹੀ ਸਟੋਰ ਕੀਤੀ ਜਾਵੇਗੀ, ਪਰ ਸੇਵ ਐਜ਼ ਦੇ ਵਿੱਚ ਇਹ ਲੋਕੇਸ਼ਨ ਮੰਗੇਗੀ ਫਾਈਲ ਦੀ। MS ਆਫਿਸ ਦੇ ਫਾਈਲ ਦੀ ਪਹਿਚਾਣ DOS ਤੋਂ ਕੀਤੀ ਜਾਂਦੀ ਹੈ। MS ਆਫਿਸ ਦੀ ਕੋਈ ਵੀ ਫਾਈਲ ਹੋਵੇ, ਆਪਾਂ ਨੂੰ ਕਿਵੇਂ ਲੱਗੂਗਾ MS ਆਫਿਸ ਦੀ ਫਾਈਲ ਹੈ ਤਾਂ ਉਹਦੇ ਮਗਰ DOS ਲਿਖਿਆ ਵਾ ਹੋਊਗਾ। ਪਰ ਜੇਕਰ 2007 ਜਾਂ ਉਸ ਤੋਂ ਬਾਅਦ ਦਾ ਵਰਜਨ ਹੈ ਤਾਂ ਉਹਦੇ ਵਿੱਚ DOS X ਲਿਖਿਆ ਵਾ ਹੋਊਗਾ, ਠੀਕ ਹੈ। ਪੁੱਛਿਆ ਜਾ ਸਕਦਾ ਕਿ ਜਿਹੜੇ DOS X ਕਿਉਂ ਲਿਖਿਆ ਜਾਂਦਾ? ਜਿਹੜੀਆਂ 2007 ਤੋਂ ਬਾਅਦ ਦੀਆਂ MS ਆਫਿਸ ਦੀਆਂ ਵਰਜਨ ਆਏ ਆ 2007 ਤੋਂ ਬਾਅਦ, ਉਹਨਾਂ ਦੇ ਸਾਰਿਆਂ ਦੇ ਮਗਰ X ਲੱਗਦਾ ਹੈਗਾ, ਠੀਕ ਹੈ। DOS ਲੱਗਦਾ ਹੈਗਾ 2007 ਤੋਂ ਪਹਿਲਾਂ ਦੇ ਵਰਜਨ ਜਿਹੜੇ MS ਆਫਿਸ ਦੇ। MS ਆਫਿਸ ਦੀ ਬਾਰੇ ਡਾਕੂਮੈਂਟ ਦੀ ਕੀਤੀ ਜਾਂਦੀ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਇੱਕ ਹੁੰਦਾ ਆਪਣਾ MS Excel। MS Excel ਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ ਹੈ? ਸਪਰੈਡਸ਼ੀਟ ਬਣਾਉਣ ਵਾਸਤੇ। ਅਤੇ MS PowerPoint ਦੀ ਵਰਤੋਂ ਕਾਹਦੇ ਵਾਸਤੇ ਕੀਤੀ ਜਾਂਦੀ ਹੈ? ਪ੍ਰੈਜੈਂਟੇਸ਼ਨ ਵਾਸਤੇ, ਠੀਕ ਹੈ। ਇਹਦੀ XLX ਕਿਹਾ ਜਾਂਦਾ ਇਹਦੀ ਫਾਈਲ ਦੀ ਪਹਿਚਾਣ ਨੂੰ, ਅਤੇ ਇਹਦੀ ਫਾਈਲ ਦੀ ਪਹਿਚਾਣ ਨੂੰ PowerPoint ਦੀ ਨੂੰ PPT X। ਜੇ 2007 ਤੋਂ ਬਾਅਦ ਦਾ ਵਰਜਨ X ਲੱਗੂਗਾ, ਜੇ 2007 ਤੋਂ ਪਹਿਲਾਂ ਦਾ ਵਰਜਨ ਫਿਰ ਇਕੱਲਾ PPT ਲੱਗੂਗਾ। ਉਵੇਂ ਜੀ ਮੇਰੇ ਵਿੱਚ ਜੇ ਤਾਂ 2007 ਤੋਂ ਬਾਅਦ ਦਾ ਵਰਜਨ MS Excel ਦਾ, ਫਿਰ X ਲੱਗੂਗਾ, ਨਹੀਂ XLS ਇਕੱਲਾ ਲੱਗ ਜੂਗਾ, ਠੀਕ ਹੈ। ਸਮਝ ਆ ਗਿਆ ਹੋਊਗਾ ਸਾਰਾ ਕੁਛ। ਹੇਠ ਲਿਖਿਆ ਵਿੱਚ ਕਿਸ ਨੇ ਦੱਸਿਆ ਸੀ ਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ ਅਤੇ ਸੂਰਜ ਧਰਤੀ ਦੁਆਲੇ
ਨਾ ਕਿ ਸੂਰਜ ਧਰਤੀ ਦੁਆਲੇ। ਇਹ ਪੁਰਾਣੇ ਟਾਈਮਾਂ ਦੇ ਵਿੱਚ ਸੀ। ਇਹ ਬੰਦਾ ਕਿਹੜਾ ਸੀ? ਇਹ ਹਿੱਪਰ ਕੋਪਰ ਹੈਨਰੀ ਕਿ ਲੌਸੈਂਸ। ਇਹ ਹੈਨਰੀ ਆਪਣਾ ਕੋਪਰਨਿਕਸ ਸੀ। ਇਹਨੇ ਕਹਿਤਾ, ਕਹਿੰਦਾ ਭਾਈ ਅਨਪੜ੍ਹੋ ਲੋਕਾਂ ਨੂੰ ਕਹਿੰਦਾ ਇਹ, ਠੀਕ ਹੈ ਜੀ। ਅਤੇ ਜਿਹੜਾ ਇਹ ਕੋਪਰਨਿਕਸ ਸੀ ਭਾਈ, ਇਹਨੇ ਕਹਿਤਾ, ਕਹਿੰਦਾ ਅਨਪੜ੍ਹ ਲੋਕੋ ਤੁਸੀਂ ਵੀ ਕਹੀ ਜਾਂਦੇ ਹੋ ਕਿ ਸੂਰਜ ਜਿਹੜਾ ਇਹ ਧਰਤੀ ਦੇ ਵਾਲੇ ਘੁੰਮਦਾ, ਕਹਿੰਦਾ ਗਲਤ ਕਹੀ ਜਾਂਦੇ ਹੋ। ਜਿਹੜੀ ਕਿ ਧਰਤੀ ਹੈ ਇਹ ਸੂਰਜ ਵਾਲੇ ਘੁੰਮਦੀ ਹੈ। ਚੱਕ ਕੇ ਡੰਗ ਆਪਣੇ ਵਾਲੇ ਨੇ, ਤੁਹਾਨੂੰ ਪਤਾ ਤਾਂ ਹੈਗਾ, ਆਪਣੇ ਵਾਲੇ ਮਾੜੀ ਗੱਲ 'ਤੇ ਡਾਂਗਾ ਚੱਕ ਲੈਂਦੇ, ਤੁਹਾਨੂੰ ਪਤਾ ਤਾਂ ਹੈਗਾ। ਭੜਕਾਤਾ ਫੜਕੇ ਨੂੰ, ਕਹਿੰਦੇ ਤੂੰ ਪਾਗਲ ਆ, ਕਹਿੰਦੇ ਐਂ ਕਿਵੇਂ ਹੋ ਸਕਦਾ, ਤੂੰ ਸਾਡੀ ਧਰਤੀ ਮਾਤਾ ਦੀ ਬੇਇੱਜ਼ਤੀ ਕਰਦਾ, ਐਂ ਕਰਦਾ। ਬਾਅਦ ਵਿਚਾਰੇ ਬਾਅਦ 'ਚ ਇਹ ਚੀਜ਼ ਕਹਿੰਦੀ, ਬਾਅਦ 'ਚ ਇਹਨੂੰ ਮਾਰ ਮੁਰ ਗਿਆ ਵਿਚਾਰਾ। ਇਹ ਮੁੜ ਕੇ ਜਦੋਂ ਬਾਅਦ ਵਿੱਚ ਪਤਾ ਲੱਗਿਆ, ਅਸਲ ਦੇ ਵਿੱਚ ਪਤਾ ਲੱਗਿਆ ਕਿ ਗੱਲ ਸਹੀ ਸੀ ਉਹ ਬੰਦੇ ਦੀ, ਕਿ ਜਿਹੜਾ ਭਾਈ ਅਸਲ ਹੈਗੀ ਧਰਤੀ ਹੀ ਸੂਰਜ ਦੇ ਵਾਲੇ ਘੁੰਮਦੀ ਹੈ, ਨਾ ਕਿ ਸੂਰਜ ਧਰਤੀ ਦੇ ਵਾਲੇ। ਮੁੜ ਕੇ ਦੀ ਪਿੰਜਰ ਜਾ ਕੱਢ ਲਿਆ ਉਹਦੇ 'ਚੋਂ, ਪੂਜਾ ਜੀ ਕਰਨ ਲੱਗ ਗਏ ਇਹਦੀ ਬਾਅਦ ਵਿੱਚ। ਇਹ ਕੰਮ ਆਪਣੇ ਵਾਲਿਆਂ ਦੇ, ਠੀਕ ਹੈ। ਅਤੇ ਇਹ ਕੋਪਰਨਿਕਸ ਜਿਹਨੇ ਇਹ ਗੱਲ ਦਾ ਸਿਧਾਂਤ ਦਿੱਤਾ ਸੀ। ਚਾਰ ਮੀਨਾਰ ਕਿੱਥੇ ਸਥਾਪਿਤ ਕੀਤਾ ਗਿਆ ਸੀ? ਕਿਸ ਨੇ ਸਥਾਪਿਤ ਕੀਤਾ ਸੱਚ? ਅਬੁਲ ਫਜ਼ਲ, ਸਿਰਾਜੁਦੌਲਾ, ਕੁਲੀ ਕੁਤਬ ਸ਼ਾਹ, ਨਿਜ਼ਾਮ। ਬਹੁਤ ਵਾਰੀ ਕਰਵਾਤਾ ਇਹ ਤਾਂ ਯਾਰ। ਇਹ ਕਿਹਨੇ ਕੀਤਾ ਸੀ? ਤੁਹਾਨੂੰ ਪਤਾ ਹੀ ਹੈ ਬਾਈ, ਕੁਲੀ ਕੁਤਬ ਸ਼ਾਹ ਨੇ ਕੀਤਾ ਸੀ, ਠੀਕ ਹੈ ਜੀ। ਕੁਲੀ ਕੁਤਬ ਸ਼ਾਹ ਜਿਹੜਾ ਚਾਰ ਮੀਨਾਰ ਹੈ ਕਿੱਥੇ ਹੈ? ਹੈਦਰਾਬਾਦ ਦੇ ਵਿੱਚ ਇਹ, ਠੀਕ ਹੈ। ਇਹ ਗੱਲ ਯਾਦ ਰੱਖਣੀ। ਅਤੇ ਹੈਦਰਾਬਾਦ ਨੂੰ ਹੀ ਹਾਈਟੈਕ ਸਿਟੀ ਕਿਹਾ ਜਾਂਦਾ, ਠੀਕ ਹੈ ਜੀ। ਅਤੇ ਚਾਰ ਮੀਨਾਰ ਕਦੋਂ ਬਣਾਇਆ ਸੀ? 1591 ਦੇ ਵਿੱਚ ਬਣਾਇਆ ਗਿਆ ਸੀ। ਅਤੇ ਇਹਦੀ ਉਚਾਈ ਕਿੰਨੀ ਹੈ? 56 ਮੀਟਰ। 56 ਮੀਟਰ ਇਹਦੀ ਉਚਾਈ ਹੈ ਭਾਈ, ਠੀਕ ਹੈ। ਅਤੇ ਇਹ ਕਿੱਥੇ ਹੈਗਾ? ਹੈਦਰਾਬਾਦ ਦੇ ਵਿੱਚ। ਅਤੇ 1591 ਦੇ ਵਿੱਚ ਇਹ ਬਣਾਇਆ ਗਿਆ ਸੀ। ਹੁਣ ਚੱਲਦੇ ਆਪਾਂ ਅਗਲੇ ਪ੍ਰਸ਼ਨ 'ਤੇ। ਸਪੋਰਟਸ ਡੇ ਕਿਸ ਦਿਨ ਮਨਾਇਆ ਜਾਂਦਾ ਹੈ? ਵੈਰੀ ਇੰਪੋਰਟੈਂਟ। ਸਪੋਰਟਸ ਡੇ ਕਿਸ ਦਿਨ ਮਨਾਇਆ ਜਾਂਦਾ ਹੈ? 1 ਮਾਰਚ, 22 ਮਈ, 29 ਅਗਸਤ ਕਿ 5 ਜੂਨ। ਤਾਂ ਇਹ ਮਨਾਇਆ ਜਾਂਦਾ ਹੈਗਾ 29 ਅਗਸਤ ਨੂੰ। ਇਹ ਮਨਾਇਆ ਜਾਂਦਾ ਆਪਣਾ ਮੇਜਰ ਧਿਆਨ ਚੰਦ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈਗਾ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਆਪਾਂ ਪਿਛਲੀ ਵਾਰ ਤੁਹਾਨੂੰ ਮੈਂ ਪਿਛਲੇ ਪ੍ਰਸ਼ਨ ਵਿੱਚ ਕਰਵਾ ਕੇ ਗਿਆ ਸੀ ਜਨਵਰੀ ਦਾ ਇੰਪੋਰਟੈਂਟ ਡੇ, ਠੀਕ ਹੈ। ਜਿਹੜੇ 3-4 ਸੀ ਮੇਨ ਕੱਢ ਕੇ ਲੈਂਦਾ, ਬਾਹਲੇ ਨਹੀਂ ਕੱਢ ਕੇ ਲਿਆਉਂਦੇ ਆਪਾਂ, ਬਸ ਜਿੰਨੇ ਕੁ ਤੁਹਾਨੂੰ ਦੱਸੀ ਜਾਂਦਾ ਯਾਰ। ਕੰਮ ਚਾਹੇ ਆਪਾਂ ਇੰਨਾ ਕਰ ਲਈਏ, ਪਰ ਉਹ ਚੀਜ਼ ਇਕੱਲੀ ਦਿਮਾਗ ਦੇ ਵਿੱਚ ਹੋਣੀ ਚਾਹੀਦੀ। ਜੇ ਆਪਾਂ ਕੰਮ ਇੰਨਾ ਕਰ ਲਿਆ, ਉਹਦੇ ਵਿੱਚ ਇੰਨਾ ਕੁ ਯਾਦ ਹੈਗਾ, ਇੰਨਾ ਕੁ ਹੈ ਨਹੀਂ, ਉਹਦਾ ਫਾਇਦਾ ਕੀ ਪੇਪਰ 'ਚ ਆ ਜਾਂਦਾ, ਠੀਕ ਹੈ। ਥੋੜ੍ਹਾ ਕਰ ਲਓ ਪਰ ਕਰੋ ਵਧੀਆ। ਅਤੇ 29 ਅਗਸਤ ਨੂੰ ਮਨਾਇਆ ਜਾਂਦਾ ਆਪਣਾ ਕਿਹੜਾ? ਸਪੋਰਟਸ ਡੇ। ਪਹਿਲਾਂ ਆਪਾਂ ਜਨਵਰੀ ਡੇ ਸਾਰੇ ਕਰਵਾਤੇ ਤੁਹਾਨੂੰ ਪਿਛਲੀ ਵੀਡੀਓ ਦੇ ਵਿੱਚ, ਥੱਲੇ ਉਹਦੇ ਲਿਖੇ ਹੋਏ ਸਾਰੇ। 4 ਫਰਵਰੀ ਨੂੰ ਮਨਾਇਆ ਜਾਂਦਾ ਵਰਲਡ ਕੈਂਸਰ ਡੇ। ਅਤੇ 20 ਫਰਵਰੀ ਨੂੰ ਮਨਾਇਆ ਜਾਂਦਾ ਹੈਗਾ ਵਰਲਡ ਡੇ ਆਫ ਸੋਸ਼ਲ ਡੇ। ਇਸ ਤੋਂ ਬਾਅਦ 24 ਫਰਵਰੀ ਨੂੰ ਮਨਾਇਆ ਜਾਂਦਾ ਹੈਗਾ ਸੈਂਟਰਲ ਐਕਸਾਈਜ਼ ਡੇ। ਅਤੇ 28 ਫਰਵਰੀ ਨੂੰ ਮਨਾਇਆ ਜਾਂਦਾ ਹੈਗਾ ਨੈਸ਼ਨਲ ਸਾਇੰਸ ਡੇ। ਸਭ ਤੋਂ ਜ਼ਿਆਦਾ ਇਹਦੇ ਵਿੱਚ 2 ਡੇ ਤਾਂ ਤੁਸੀਂ ਭੁੱਲ ਕੇ ਵੀ ਨਹੀਂ ਛੱਡਣੇ। ਇੱਕ ਤਾਂ ਆਹ ਵਾਲਾ ਅਤੇ ਇੱਕ ਆਹ ਵਾਲਾ ਸਾਇੰਸ ਡੇ ਆ। ਜਾਂ ਤਾਂ ਆ ਵੀ ਕਰ ਲਿਓ, ਪਰ ਆਹ ਤਾਂ ਤੁਸੀਂ ਬਿਲਕੁਲ ਵੀ ਨਹੀਂ ਛੱਡਣੇ। ਇਹਨਾਂ ਜਿਹੜਾ ਪੇਪਰ 'ਚ ਪੱਕਾ ਪ੍ਰਸ਼ਨ ਬਣਦਾ ਹੁੰਦਾ। ਅਤੇ ਆਹ 5 ਜੂਨ ਨੂੰ ਕੀ ਮਨਾਇਆ ਜਾਂਦਾ ਹੈਗਾ? ਵਿਸ਼ਵ ਵਾਤਾਵਰਨ ਦਿਵਸ, ਠੀਕ ਹੈ। ਵਿਸ਼ਵ ਵਾਤਾਵਰਨ ਦਿਵਸ। ਜਨਵਰੀ ਦੀ ਵੀ ਕਰ ਲਿਆ ਆਪਾਂ, ਫਰਵਰੀ ਵੀ ਕਰ ਲਏ। ਹੁਣ ਅੱਗੇ ਕੋਈ ਵੀ ਡੇ ਆਊਗਾ ਉਹ 'ਚ ਆਪਾਂ ਮਾਰਚ ਕੰਪਲੀਟ ਐਂ ਕਰਦੇ ਤੁਹਾਨੂੰ ਪਤਾ ਵੀ ਲੱਗਣਾ ਵਾ, ਸਾਰਾ ਕੰਪਲੀਟ ਕਰ ਜਾਂਗੇ। ਜੋ ਅਸੀਂ ਸਪੋਰਟਸ ਡੇ ਮਨਾਉਂਦੇ ਹਾਂ, ਇਹ ਆਪਾਂ ਕਿਸ ਦੀ ਯਾਦ ਦੇ ਵਿੱਚ ਮਨਾਉਂਦੇ ਹਾਂ? ਬੀਬੀ ਰਿਚਰਡ, ਮੇਜਰ ਧਿਆਨ ਚੰਦ, ਵਿਵੇਕਾਨੰਦ ਕਿ ਸਰਦਾਰ ਮਨਮੋਹਨ ਸਿੰਘ? ਦੇਖੋ ਦੱਸੋ ਬਾਈ, ਹੁਣੀ ਕਰਵਾ ਕੇ ਗਿਆ ਨਾਲੇ ਤੁਹਾਡੇ ਸਾਹਮਣੇ। B ਨੰਬਰ ਆਪਸ਼ਨ। ਨੈਪੋਲੀਅਨ ਆਫ ਇੰਡੀਆ ਦਾ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਭਾਈ? ਦੱਸੋ। ਰਾਮ ਕ੍ਰਿਸ਼ਨ, ਪਰਿਮਾਨਸਾ, ਰਵਿੰਦਰ ਟੈਗੋਰ, ਸਮੁੰਦਰ ਗੁਪਤ ਕਿ ਕੋਈ ਨਹੀਂ? ਤਾਂ ਨੈਪੋਲੀਅਨ ਆਫ ਭਾਰਤ ਦਾ ਨੈਪੋਲੀਅਨ ਕਿਹਨੂੰ ਕਿਹਾ ਜਾਂਦਾ ਹੈਗਾ? ਸਮੁੰਦਰ ਗੁਪਤ ਨੂੰ ਕਿਹਾ ਜਾਂਦਾ ਹੈਗਾ। ਇਹ ਗੱਲ ਯਾਦ ਰੱਖਣੀ ਹੈ, ਠੀਕ ਹੈ। ਹੁਣ ਇੱਕ ਦੋ ਗੱਲਾਂ ਧਿਆਨ ਨਾਲ ਸੁਣ ਲਓ। ਇਸ ਨੂੰ ਕਵੀ ਰਾਜ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈਗਾ, ਠੀਕ ਹੈ। ਕਿਹਨੂੰ? ਸਮੁੰਦਰ ਗੁਪਤ ਨੂੰ ਕਵੀ ਰਾਜ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਹ ਬੀਨਾ ਵੀ ਵਜਾਉਂਦੇ ਸਨ ਅਤੇ ਕਵਿਤਾ ਵੀ ਗਾਉਂਦੇ ਸਨ। ਇੱਕ ਪ੍ਰਸ਼ਨ ਹੋਰ ਪੁੱਛਿਆ ਜਾਂਦਾ ਹੁੰਦਾ ਕਿ ਜਿਹੜਾ ਸਮੁੰਦਰ ਗੁਪਤ ਸੀ ਕਿਹੜਾ ਸਾਜ਼ ਵਜਾਉਂਦਾ ਸੀ? ਇਹ ਬੀਨਾ ਵਜਾਉਂਦਾ ਸੀ। ਅਤੇ ਬੀਨਾ ਹੀ ਆਪਣਾ ਸਭ ਤੋਂ ਪੁਰਾਣਾ ਸਾਜ਼ ਹੈਗਾ, ਠੀਕ ਹੈ। ਲਿਖਿਆ ਹੋਇਆ ਬੀਨਾ ਸਭ ਤੋਂ ਪੁਰਾਣਾ ਸਾਜ਼ ਹੈ। ਇਹਨਾਂ ਨੇ ਸੋਨੇ ਦੇ ਸਿੱਕੇ ਵੀ ਜਲਾਏ ਸੀ। ਜੇਕਰ ਪੁੱਛ ਲਿਆ ਕਿਹੜੇ ਬਾਦਸ਼ਾਹ ਨੇ ਸੋਨੇ ਦੇ ਸਿੱਕੇ ਜਲਾਏ ਸੀ, ਤਾਂ ਉੱਥੇ ਤੁਸੀਂ ਆਨਸਰ ਲਾ ਕੇ ਨਾ ਸਮੁੰਦਰ ਗੁਪਤ ਨੇ ਸੋਨੇ ਦੇ ਸਿੱਕੇ ਜਲਾਏ ਸੀ।
ਇਸਨੇ 6 ਤਰ੍ਹਾਂ ਦੇ ਸਿੱਕੇ ਚਲਾਏ ਸੀ। ਠੀਕ ਹੈ, ਇਹ ਗੱਲ ਯਾਦ ਰੱਖਿਓ। ਇਸ ਤੋਂ ਬਾਅਦ ਆਪਣੇ ਦਾਦਾ ਭਾਈ ਨਰੋਜੀ ਨੂੰ ਗ੍ਰੈਂਡ ਓਲਡ ਮੈਨ ਆਫ ਇੰਡੀਆ ਕਿਹਾ ਗਿਆ ਹੈਗਾ। ਇਹ ਨਾਂ ਵੀ ਤੁਹਾਨੂੰ ਮੈਂ ਕਰਵਾ ਕੇ ਗਿਆਗਾ ਸਾਰੇ, ਇਹ ਇੱਕ ਵਾਰੀ ਫੇਰ ਯਾਦ ਕਰ ਲਓ ਇਹਦੇ 'ਚ। ਹੁਣ ਇੱਥੇ ਉਲਝਣਗੇ ਬੱਚੇ। ਉਹ ਤਾਂ ਹੈਗਾ ਸੀ ਨੈਪੋਲੀਅਨ ਆਫ ਇੰਡੀਆ। ਇਹ ਪੁੱਛਿਆ ਨਾ ਹਿੰਦੂ ਨੈਪੋਲੀਅਨ ਕਿਸ ਨੂੰ ਕਿਹਾ ਜਾਂਦਾ ਗਾ। ਸਵਾਮੀ ਵਿਵੇਕਾਨੰਦ, ਬਾਣਭੱਟ, ਕੁਮਾਰ ਗੁਪਤਾ, ਸਮੁੰਦਰ ਗੁਪਤਾ। ਤਾਂ ਇਹ ਕਿਹਾ ਜਾਂਦਾ ਆਪਣੇ ਸਵਾਮੀ ਵਿਵੇਕਾਨੰਦ ਜੀ ਨੂੰ ਕਿਹਾ ਜਾਂਦਾ ਗਾ ਹਿੰਦੂ ਨੈਪੋਲੀਅਨ। ਠੀਕ ਹੈ, ਇਹਨੂੰ ਕਿਹਾ ਜਾਂਦਾ ਹਿੰਦੂ ਨੈਪੋਲੀਅਨ, ਸਵਾਮੀ ਵਿਵੇਕਾਨੰਦ ਨੂੰ। ਇਹਨਾਂ ਦਾ ਜਨਮ 12 ਜਨਵਰੀ ਨੂੰ ਮਨਾਇਆ ਜਾਂਦਾ ਗਾ ਅਤੇ ਇਸ ਦਿਨ ਆਪਾਂ ਵਿਸ਼ਵ ਯੂਥ ਡੇ ਮਨਾਇਆ ਜਾਂਦਾ ਗਾ। ਠੀਕ ਹੈ, ਭਾਰਤੀ ਨੌਜਵਾਨ ਦਿਵਸ ਮਨਾਇਆ ਜਾਂਦਾ ਗਾ। ਠੀਕ ਹੈ, ਇਸ ਤੋਂ ਬਾਅਦ ਅਗਲਾ ਆਪਰੇਸ਼ਨ ਮਾਰੋ ਫਰੰਗੀ ਨੂੰ। ਇਹ ਨਾਰਾ ਕਿਸ ਨੇ ਦਿੱਤਾ ਸੀ? ਫਰੰਗੀ ਨੂੰ ਮਾਰ ਦੋ ਕਹਿੰਦਾ ਬਾਲ ਗੰਗਾਧਰ ਤਿਲਕ ਨੇ, ਲਾਲਾ ਲਾਜਪਤ ਰਾਏ ਨੇ, ਮਹਾਤਮਾ ਗਾਂਧੀ ਨੇ ਕਿ ਮੰਗਲ ਪਾਂਡੇ ਨੇ। ਤਾਂ ਜਿਹੜਾ ਇਹ ਨਾਰਾ ਲਾਇਆ ਸੀ ਮਾਰੋ ਫਰੰਗੀ ਨੂੰ, ਬਾਹਲੇ ਬੱਚੇ ਡਾਂਸਰ ਲਾ ਕੇ ਆਉਣਗੇ ਕਿ ਗਰਮ ਧੜੇ ਦਾ ਮਾਲਕ ਸੀ ਆਪਣਾ ਬਾਲ ਗੰਗਾਧਰ ਤਿਲਕ। ਇਹਨੇ ਕਿਹਾ ਉਹ ਨਹੀਂ, ਇਹਨੇ ਨਹੀਂ ਕਿਹਾ ਸੀ, ਮੰਗਲ ਪਾਂਡੇ ਨੇ ਕਿਹਾ ਸੀ। ਕਿਹਨੇ ਕਿਹਾ ਸੀ? ਮੰਗਲ ਪਾਂਡੇ ਨੇ। ਮੰਗਲ ਪਾਂਡੇ ਨੂੰ 19 ਮਾਰਚ 1857 ਦੇ ਵਿੱਚ ਆਪਣਾ ਵਿਦਰੋਹ ਸ਼ੁਰੂ ਕੀਤਾ ਸੀ। ਗੱਲ ਸੁਣ ਲਓ, ਕਿੱਥੇ ਵਿਦਰੋਹ ਸ਼ੁਰੂ ਕੀਤਾ ਸੀ ਇਹਨੇ? ਬੈਰਕਪੁਰ ਛਾਉਣੀ ਦੇ ਵਿੱਚ 19 ਮਾਰਚ 1857 ਨੂੰ ਮੰਗਲ ਪਾਂਡੇ ਨੇ ਆਪਣਾ ਵਿਦਰੋਹ ਸ਼ੁਰੂ ਕੀਤਾ ਸੀ ਚਰਬੀ ਵਾਲੇ ਕਾਰਤੂਸਾਂ ਦੇ ਵਿਰੁੱਧ। ਅਤੇ 8 ਅਪ੍ਰੈਲ 1857 ਨੂੰ ਫਾਂਸੀ ਲਗਾ ਦਿੱਤੀ ਗਈ ਸੀ। 8 ਅਪ੍ਰੈਲ ਨੂੰ ਫਾਂਸੀ ਲਾਤੀ ਸੀ। ਇਹ ਵਿਦਰੋਹ ਬੈਰਕਪੁਰ ਛਾਉਣੀ ਤੋਂ ਸ਼ੁਰੂ ਹੋਇਆ ਸੀ। ਇਹ ਬੈਰਕਪੁਰ ਆ ਜਿਹੜਾ, ਇਹ ਅੱਜ ਦੇ ਟਾਈਮ ਦੇ ਵਿੱਚ ਵੈਸਟ ਬੰਗਾਲ ਦੇ ਵਿੱਚ ਹੈਗਾ। ਠੀਕ ਹੈ, ਇਹ ਗੱਲ ਯਾਦ ਰੱਖਣੀ ਹੈ। 6 ਅਪ੍ਰੈਲ ਨੂੰ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਪ੍ਰੈਸ਼ਰ ਇੱਥੋਂ ਬਹੁਤ ਬਣਦੇ ਆ ਕਿ ਜਿਹੜਾ ਮੰਗਲ ਪਾਂਡੇ ਨੇ ਆਪਣਾ ਵਿਦਰੋਹ ਸ਼ੁਰੂ ਕਿੱਥੋਂ ਕੀਤਾ ਸੀ? 19 ਮਾਰਚ 1857 ਨੂੰ। ਅਤੇ ਇਹਨੂੰ ਗ੍ਰਿਫਤਾਰ ਕਿਦੋਂ ਕਰ ਲਿਆ ਗਿਆ ਸੀ? 6 ਅਪ੍ਰੈਲ 1857 ਨੂੰ। ਅਤੇ ਇਹਨੂੰ ਫਾਂਸੀ ਕਦੋਂ ਦਿੱਤੀ ਗਈ ਸੀ? 8 ਅਪ੍ਰੈਲ 1857 ਨੂੰ। ਠੀਕ ਹੈ, ਇੱਕ ਇਹਨਾਂ ਨਾਲ ਇੱਕ ਅੰਗਰੇਜ਼ ਲੜਿਆ ਸੀ। ਉਹ ਅੰਗਰੇਜ਼ ਦਾ ਨਾਮ ਦੱਸੋ ਮੈਨੂੰ ਕੀ ਹੈ? ਬਹੁਤ ਵਾਰੀ ਕਰਵਾ ਕੇ 2 ਵਾਰੀ ਰਿਪੀਟ ਹੋ ਗਿਆ ਉਹ। ਕਿ ਕਿਹੜਾ ਅੰਗਰੇਜ਼ ਸੀ ਜਿਹੜਾ ਮੰਗਲ ਪਾਂਡੇ ਦਾ ਸਾਥੀ ਸੀ, ਜਿਹਨੇ ਇਹਦਾ ਵਿਦਰੋਹ ਦੇ ਵਿੱਚ ਇਹਦਾ ਨਾਲ ਸਾਥ ਦਿੱਤਾ ਸੀ? ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ। ਕਿਹਨੇ ਕਹੀ ਹੈ ਇਹ ਲਾਈਨ ਭਾਈ? ਰਾਜ ਪ੍ਰਸਾਦ ਬਿਸਮਲ, ਅਲੀ ਬਰਾਦਰਸ, ਮੰਗਲ ਪਾਂਡੇ ਕਿ ਨਹਿਰੂ? ਤਾਂ ਇਹ ਕਹੀ ਆਪਣੇ A ਨੰਬਰ ਆਪਸ਼ਨ ਨੇ। ਰਾਮ ਪ੍ਰਸਾਦ ਬਿਸਮਲ ਨੇ ਕਿਹਾ ਸੀ ਦੇਖਣਾ ਹੈ ਜ਼ੋਰ ਕਿਤਨਾ ਬਾਜੂਏ ਕਾਤਲ ਮੇ ਹੈ। ਇਸ ਤੋਂ ਬਾਅਦ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ ਦਾ ਨਾਰਾ ਕਿਸ ਨੇ ਦਿੱਤਾ ਸੀ? ਇਹ ਨਾਰਾ ਦਿੱਤਾ ਸੀ ਅਟਲ ਬਿਹਾਰੀ ਵਾਜਪਾਈ, ਲਾਲ ਬਹਾਦਰ ਸ਼ਾਸਤਰੀ, ਮਹਾਤਮਾ ਗਾਂਧੀ ਕੇ ਵੀਰ ਸਾਵਰਕਰ। ਇਹ ਦਿੱਤਾ ਸੀ ਅਟਲ ਬਿਹਾਰੀ ਵਾਜਪਾਈ। ਜੇ ਪੁੱਛ ਲੈਣ ਜੈ ਜਵਾਨ ਤੇ ਜੈ ਕਿਸਾਨ, ਇੰਨਾ ਨਾਰਾ ਕਿਹਨੇ ਦਿੱਤਾ ਸੀ? ਇਹ ਦਿੱਤਾ ਸੀ ਆਪਣਾ ਲਾਲ ਬਹਾਦਰ ਸ਼ਾਸਤਰੀ ਨੇ ਦਿੱਤਾ। ਜੇ ਨਾਲ ਜੈ ਵਿਗਿਆਨ ਲੱਗ ਗਿਆ ਤਾਂ ਇਹ ਦਿੱਤਾ ਸੀ ਆਪਣਾ ਅਟਲ ਬਿਹਾਰੀ ਵਾਜਪਾਈ ਨੇ। ਠੀਕ ਹੈ, ਥੋੜੀ ਕੰਪੀਟੀਸ਼ਨ ਬਣੂਗਾ ਇਹਦੇ 'ਚੋਂ। ਅਤੇ ਕਰੋ ਜਾਂ ਮਰੋ, ਇਹ ਨਾਰਾ 1942 ਦੇ ਵਿੱਚ ਦਿੱਤਾ ਸੀ ਮਹਾਤਮਾ ਗਾਂਧੀ ਨੇ। ਇੱਕ ਨਾਰਾ 1942 ਦੇ ਵਿੱਚ ਹੋਰ ਦਿੱਤਾ ਗਿਆ ਸੀ, ਉਸ ਨੂੰ ਬਾਅਦ 'ਚ ਦੱਸਦਾ ਮੈਂ। ਚਲੋ ਬਾਰੇ ਹੋ ਜਾਣਗੇ, ਉਹ ਅਗਲੀ ਵੀਡੀਓ ਦੇ ਵਿੱਚ ਲਿਖ ਦੂੰਗਾ ਥੱਲੇ। ਜਦੋਂ ਪੋਖਰਨ ਦੇ ਵਿੱਚ ਆਪਾਂ ਨਿਊਕਲੀਅਸ ਟੈਸਟ ਕੀਤੇ ਸੀ। ਠੀਕ ਹੈ, ਇੱਕ ਜੌਨ ਐਬਰਾਹਮ ਦੀ ਫਿਲਮ ਆਈ ਵੀ ਹੈ ਪਰਮਾਣੂ ਫਿਲਮ ਆ ਜੌਨ ਐਬਰਾਹਮ ਦੀ, ਜ਼ਰੂਰ ਦੇਖਿਓ ਤੁਸੀਂ, ਬਹੁਤ ਜ਼ਿਆਦਾ ਨੌਲੇਜ ਮਿਲੂ ਫਿਲਮ ਤੋਂ ਤੁਹਾਨੂੰ। ਪੋਖਰਨ ਦੇ ਵਿੱਚ ਜੋ ਨਿਊਕਲੀਅਰ ਟੈਸਟ ਆਪਾਂ ਕੀਤੇ ਸੀ ਤਾਂ ਉਹ ਨਿਊਕਲੀਅਰ ਟੈਸਟ ਸਾਰੇ ਸਹੀ ਹੋ ਗਏ ਸੀ ਆਪਣੇ। ਤਾਂ ਉਦੋਂ ਇਹ ਨਾਰਾ ਲਾਇਆ ਸੀ ਕਿਹਨੇ? ਅਟਲ ਬਿਹਾਰੀ ਵਾਜਪਾਈ ਨੇ। ਮਹਾਤਮਾ ਗਾਂਧੀ ਜੀ ਦਾ ਜਨਮ ਕਦੋਂ ਹੋਇਆ ਸੀ? ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ਸੀ? 78, 69, 24 ਤੇ 1900। ਆਹ ਆਪਸ਼ਨਾਂ ਤਾਂ ਆ ਹੀ ਨਹੀਂ ਸਕਦੀਆਂ, ਇਹਨਾਂ ਦੋਨਾਂ ਦੇ ਵਿੱਚ ਆਊਗਾ। ਤਾਂ B ਨੰਬਰ ਆਪਸ਼ਨ ਆਉਣ ਦੇ ਚਾਂਸ ਹੈ। ਹਾਂ, 1869 ਦੇ ਵਿੱਚ ਮਹਾਤਮਾ ਗਾਂਧੀ ਜੀ ਦਾ ਜਨਮ ਹੋਇਆ ਸੀ। ਠੀਕ ਹੈ, ਆਹ ਦੇਖੋ ਜੀ। ਮਹਾਤਮਾ ਗਾਂਧੀ ਜੀ ਦੀ ਮੌਤ ਨੱਥੂ ਰਾਮ ਗੋਡਸੇ ਦੁਆਰਾ 30 ਜਨਵਰੀ 1948 ਦੇ ਵਿੱਚ ਕਰ ਦਿੱਤੀ ਗਈ ਸੀ। ਇਹਨਾਂ ਦੀ ਸਮਾਧੀ ਨੂੰ ਰਾਜਘਾਟ ਕਿਹਾ ਜਾਂਦਾ ਹੈ, ਜੋ ਦਿੱਲੀ ਦੇ ਵਿੱਚ ਹੈ। ਸਾਊਥ ਅਫਰੀਕਾ ਦੇ ਵਿੱਚ ਇਹਨਾਂ ਨੇ ਆਪਣਾ ਆਸ਼ਰਮ ਟੋਲਸਟਾਏ 'ਤੇ ਬਣਾਇਆ ਸੀ। ਪੁੱਛਿਆ ਜਾ ਸਕਦਾ ਕਿ ਸਾਊਥ ਅਫਰੀਕਾ ਦੇ ਵਿੱਚ ਇਹਨਾਂ ਦਾ ਆਸ਼ਰਮ ਕਿੱਥੇ ਸੀ? ਟੋਲਸਟਾਏ 'ਤੇ ਸੀ। ਠੀਕ ਹੈ, ਉੱਥੇ ਪੋਲਕ ਨਾਂ ਦਾ ਵਿਅਕਤੀ ਇਹਨਾਂ ਦਾ ਪ੍ਰਸਿੱਧ ਦੋਸਤ ਸੀ। ਪੁੱਛਿਆ ਜਾ ਸਕਦਾ ਕਿ ਸਾਊਥ ਅਫਰੀਕਾ ਦੇ ਵਿੱਚ ਇਹਨਾਂ ਦਾ ਪ੍ਰਸਿੱਧ ਦੋਸਤ ਕੌਣ ਸੀ? ਪੋਲਕ ਸੀ। ਠੀਕ ਹੈ, ਤਾਂ ਇਹ ਭਾਈ ਆਪਣੇ ਮੇਨ ਆਪਰੇਸ਼ਨ ਹੋ ਗਏ ਕੰਪਲੀਟ। ਜਿਹੜਾ PDF ਤੁਹਾਨੂੰ ਮੈਂ ਪ੍ਰੋਵਾਈਡ ਕਰਵਾ ਦੂੰਗਾ 1-2 ਦਿਨਾਂ ਦੇ ਵਿੱਚ। ਇਸ ਤੋਂ ਬਾਅਦ ਹੁਣ ਆਪਣੀ 100 ਆਪਰੇਸ਼ਨ ਦੀ ਅਗਲੀ ਲੜੀ ਚੱਲ ਪੂ। ਹੁਣ ਆਪਣਾ ਕਿੰਨਾ 1400 ਆਪਰੇਸ਼ਨ ਰਹਿ ਗਿਆ। ਠੀਕ ਹੈ, ਇਹ 1400 ਆਪਰੇਸ਼ਨ ਹੈ ਜਿਹੜਾ, ਧਿਆਨ ਨਾਲ ਸੁਣ ਲਓ। ਜਿਹੜੇ ਆਪਾਂ 100 ਆਪਰੇਸ਼ਨ ਕੀਤਾ ਨਾ, ਮੈਨੂੰ ਲੱਗਦਾ ਕਿ 100 ਦੇ ਵਿੱਚ ਜੇ ਤੁਸੀਂ 5 ਨਾਲ ਵੀ ਗੁਣਾ ਕਰ ਦਿਓ ਨਾ ਤਾਂ ਇਹ 100 ਆਪਰੇਸ਼ਨ 500 ਆਪਰੇਸ਼ਨਾਂ ਦੇ ਬਰਾਬਰ ਚਲਾ ਗਿਆ। ਤੁਸੀਂ ਇੱਥੇ ਅੰਦਾਜ਼ਾ ਲਾ ਲਓ। ਦੇਖੋ, 1 ਆਪਰੇਸ਼ਨ, 2, 3,
4 5 6 ਠੀਕ ਹੈ। 6 ਪ੍ਰਸ਼ਨ ਬਣ ਗਏ। ਤਾਂ ਕਰਕੇ ਇਸ ਤਰ੍ਹਾਂ ਨਾਲੇ ਪ੍ਰਸ਼ਨ ਵੱਧਦੇ ਜਾਣਗੇ। ਤਾਂ ਇਸ ਤਰ੍ਹਾਂ ਨਾਲੇ ਪ੍ਰਸ਼ਨ ਵੱਧਦੇ ਜਾਣਗੇ। ਠੀਕ ਹੈ। ਹੁਣ ਤੁਸੀਂ ਦੇਖੋ ਕਿ 100 ਪ੍ਰਸ਼ਨ ਕਰਤਾ, 100 ਦੀ ਤੁਸੀਂ 5 ਨਾਲ ਗੁਣਾ ਕਰੋ, 500 ਪ੍ਰਸ਼ਨਾਂ ਦੇ ਬਰਾਬਰ ਆਪਣੇ ਪ੍ਰਸ਼ਨ ਚਲੇ ਗਏ। ਅਤੇ ਤੁਹਾਨੂੰ ਪਤਾ ਵੀ ਨਹੀਂ ਲੱਗਿਆ ਹੋਣਾ ਕਿ 500 ਪ੍ਰਸ਼ਨ ਕਰ ਲਿਆ। ਜੇ ਇਹੀ 500 ਪ੍ਰਸ਼ਨ ਮੈਂ ਤੁਹਾਨੂੰ ਕੱਲਾ ਕੱਲਾ ਕਰਵਾ ਦਾਂ। ਦੇਖੋ ਜੀ ਮਹਾਤਮਾ ਗਾਂਧੀ ਦਾ ਜਨਮ ਕਦੋਂ ਹੋਇਆ ਸੀ? 1969 ਦੇ ਵਿੱਚ। ਅਗਲੀ ਲਾਈਨ ਦੇ ਵਿੱਚ ਲਿਖਣਾ ਮਹਾਤਮਾ ਗਾਂਧੀ ਜੀ ਨੂੰ ਕਿਸ ਨੇ ਮਾਰਿਆ ਸੀ? ਨੱਥੂ ਰਾਮ ਗੋਡਸੇ ਨੇ। ਤੀਸਰੇ ਲਿਖਤਾ ਕਦੋਂ ਮਾਰਿਆ ਸੀ? 30 ਜਨਵਰੀ ਨੂੰ। ਸਮਾਧ ਦਾ ਕੀ ਨਾਮ ਹੈ? ਕਿੱਥੇ ਉਹ ਬਣਾਇਆ ਸੀ? ਇਹ 'ਚ ਪ੍ਰਸ਼ਨ ਬਣਾਉਣੇ ਹੋ ਨਾ, ਜਿਵੇਂ ਵਿਊ ਲਾਈਨ ਤੱਕ ਮਤਲਬ ਹੋਏ ਤਾਂ ਮੈਂ ਤੁਹਾਨੂੰ ਸਾਰੇ ਇੱਕ ਵੀਡੀਓ 'ਚ ਕਵਰ ਨਾ ਕਰਾਂ। ਠੀਕ ਹੈ। ਬਸ ਗੱਲ ਹੀ ਨਿਬੇੜਦਾ ਸਾਰੀ ਮੈਂ ਕਿ ਚੱਲ ਵਧੀਆ ਆਪਾਂ ਨੂੰ ਕੀ ਆਪਣੇ ਵਿਊ ਆਈ ਜਾਂਦੇ ਆ, ਪਰ ਵਿਊਆਂ ਤੱਕ ਮਤਲਬ ਨਹੀਂ ਰੱਖਣਾ ਆਪਾਂ। ਮੈਨੂੰ ਥੋੜ੍ਹਾ ਰਿਜ਼ਲਟ ਚਾਹੀਦਾ ਯਾਰ। ਆਪਾਂ ਬੱਚਿਆਂ ਦੇ ਭਵਿੱਖ ਨਾਲ ਨਹੀਂ ਖੇਡਣਾ, ਕਿਉਂਕਿ ਨੌਕਰੀ ਹਰੇਕ ਬੱਚੇ ਨੂੰ ਜ਼ਰੂਰੀ ਹੈ। ਹਰੇਕ ਬੱਚਾ ਚਾਹੁੰਦਾ ਕਿ ਮੈਨੂੰ ਨੌਕਰੀ ਮਿਲੇ। ਮੈਨੂੰ ਤਾਂ ਇਹ ਹੁੰਦਾ ਕਿ ਯਾਰ ਮੈਥੋਂ ਪੜ੍ਹਾਇਆ ਵਾ ਬੱਚਾ ਲੱਗ ਜੂ, ਮੇਰੇ ਪਾਸ ਇਦੋਂ ਮਾਣ ਦੀ ਗੱਲ ਕੋਈ ਵੀ ਨਹੀਂ ਹੈਗੀ। ਮੈਂ ਵੀ ਐਫ ਸੀ ਦਾ ਪੇਪਰ ਦੇਣਾ ਸੀ। ਮੈਨੂੰ ਐਫ ਸੀ ਦੀ ਜੋਬ ਬਹੁਤ ਜ਼ਿਆਦਾ ਪਸੰਦ ਜੋਬ ਆ ਐਫ ਸੀ ਦੀ, ਪਰ ਇਹਦੇ ਵਿੱਚ ਉਮਰ 25 ਸਾਲ ਮੰਗ ਲਈ ਇਹਨਾਂ ਨੇ। ਐਫ ਸੀ ਦੇ ਵਿੱਚ ਤਾਂ ਜਿਹੜਾ ਇਹ ਸਮਝ ਲਓ ਕਿ ਸਭ ਤੋਂ ਮੈਂ ਕਹਿਣਾ ਕਿ ਇੰਨੀ ਵਧੀਆ ਨੌਕਰੀ ਕੋਈ ਨਹੀਂ ਹੋਣੀ ਜਿੰਨੀ ਐਫ ਸੀ ਦੀ ਨੌਕਰੀ ਵਧੀਆ ਹੈਗੀ। ਸਰਦਾਰੀ ਨੌਕਰੀ ਹੈ, ਸਰਦਾਰੀ। ਤੁਹਾਨੂੰ ਲੱਗਦਾ, ਮੈਂ ਆਪਣੇ ਫਰੈਂਡ ਦੀ ਗੱਲ ਦੱਸਦਾ, 2012 ਦੇ ਵਿੱਚ ਭਰਤੀ ਹੋਇਆ ਸੀ ਉਹ ਬੰਦਾ, ਅੰਮ੍ਰਿਤ ਨਾਮ ਮੁੰਡੇ ਦਾ। ਅਤੇ 2012 ਦੇ ਵਿੱਚ ਭਰਤੀ ਹੋਇਆ ਸੀ। ਅਸੀਂ ਨਾ ਉਦੋਂ ਮੈਂ 2012 ਦੇ ਵਿੱਚ, ਅਤੇ ਹਾਂ ਉਹ 11ਵੀਂ 'ਚ ਸੀ ਅਸੀਂ। 2012 ਦੇ ਵਿੱਚ ਮੈਂ 11ਵੀਂ ਕਲਾਸ। ਇਹ ਤੋਂ ਬਾਅਦ 2013 ਦੇ ਵਿੱਚ ਉਹ ਭਰਤੀ ਹੋਇਆ। 2012-13 ਦੇ ਵਿੱਚ ਉਹ ਐਫ ਸੀ ਏ ਦੇ ਵਿੱਚ ਭਰਤੀ ਹੋ ਗਿਆ ਸੀ। ਉਦੋਂ 8ਵੀਂ ਬੇਸ 'ਤੇ ਪੋਸਟ ਆਈਆਂ ਸੀ, 10ਵੀਂ ਬੇਸ 'ਤੇ। ਅਸੀਂ ਨੂੰ ਹੱਸਣ ਲੱਗ ਗਏ ਸੀ ਕਿ ਤੂੰ ਹੁਣ ਬਾਚਮੈਨ ਲੱਗੇਗਾ। ਨਕਲੀ ਦਾ ਤੂੰ ਨੋਨ ਮੈਡੀਕਲ ਜਾਂਦਾ, ਸਾਡੇ ਨੋਨ ਮੈਡੀਕਲ। ਬਸ ਕਿ ਤੂੰ ਬਾਚਮੈਨ ਲੱਗੇਗਾ ਹੁਣ। ਉਹਦਾ ਥੋੜ੍ਹੀਆਂ ਜਿਹੀਆਂ ਪੋਸਟਿੰਗ ਆਈਆਂ ਸੀਗੀਆਂ, 100 ਕੁ ਪੋਸਟ ਹੋ ਗਈ, ਅਤੇ ਉਹ ਲੱਗ ਗਿਆ। ਅੱਜ ਦੇ ਟਾਈਮ ਦੇ ਵਿੱਚ ਤੁਹਾਨੂੰ ਦੱਸਦਾ, ਜਮਾਂ ਗਰੀਬ ਘਰੋਂ ਸੀ, ਜਮਾਂ ਗਰੀਬ ਘਰੋਂ। ਅੱਜ ਦੇ ਟਾਈਮ ਦੇ ਵਿੱਚ ਵਧੀਆ ਫੁੱਲ ਤਰੱਕੀ ਦੇ ਵਿੱਚ ਆ। ਪੂਰਾ ਜਿੰਨਾ ਵੀ ਕਹੋ ਉਨੇ ਪੈਸੇ 'ਚ ਬੰਦਾ। ਬਾਕੀ ਕੋਈ ਡਿਊਟੀ 'ਤੇ ਨਹੀਂ ਜਾਣ ਦੀ ਲੋੜ ਹੈਗੀ। ਉਹ ਕਹਿੰਦਾ ਮੈਨੂੰ ਮਿਲਦੀ ਰਹਿੰਦਾ। ਹੁਣ ਉਹਦੀ ਡਿਊਟੀ ਹੈਗੀ ਤਾਂ ਗਾਹਾਂ ਅੱਗੇ ਲੱਗੀ ਹੋਈ ਕਿਤੇ, ਉੱਥੇ ਹੁਣ ਬੰਦਾ ਰੱਖਿਆ ਉਹਨੇ 8-9 ਹਜ਼ਾਰ ਰੁਪਏ 'ਤੇ। ਉਹ ਬੰਦਾ ਹੀ ਹੈ ਜਿਹੜਾ ਉਹੀ ਮਤਲਬ ਡਿਊਟੀ ਕਰੀ ਜਾਂਦਾ ਹੈਗਾ, ਅਤੇ ਆਪ ਮਤਲਬ ਉਹ ਆਪਦਾ ਹੋਰ ਕਾਰੋਬਾਰ ਚਲਾਈ ਬੈਠਾ। ਠੀਕ ਹੈ ਨਾ। ਮਤਲਬ ਕਿ ਇੱਥੇ ਕੋਈ ਮਤਲਬ ਬੰਦੇ 'ਤੇ ਯਾਰ ਸਟਰੈਸ ਨਹੀਂ ਹੈਗਾ। ਇੱਕ ਤਰ੍ਹਾਂ ਦਾ ਸਟਰੈਸ ਨਹੀਂ ਹੁੰਦਾ ਜਿਵੇਂ ਮਤਲਬ ਡਿਊਟੀ 'ਤੇ ਇੰਨੇ ਵਜੇ ਜਾਣਾ, ਐਂ ਹੋ ਜੂਗਾ, ਐਂ ਕੋਈ ਸਟਰੈਸ ਨਹੀਂ ਇੱਥੇ। ਬੈਠਣਾ ਜਾ ਕੇ ਵਿਹਲਾ ਆਪਦਾ, ਭਾਵੇਂ ਉੱਥੇ ਬੈਠ ਕੇ ਤੁਸੀਂ ਆਪਦੀ UPSC ਦੀ ਤਿਆਰੀ ਕਰੀ ਚੱਲੋ, ਆਪਦੀ PCS ਦੀ ਤਿਆਰੀ ਕਰੀ ਚੱਲੋ। ਵਧੀਆ ਕੰਮ ਹੈਗਾ। ਮੈਨੂੰ ਨਹੀਂ ਲੱਗਦਾ ਕੋਈ ਇੱਦੋਂ ਸਰਦਾਰੀ ਨੌਕਰੀ ਆਪਣੇ ਇੰਡੀਆ ਦੇ ਵਿੱਚ ਕਿਤੇ ਹੋਊਗੀ। ਇੰਡੀਆ ਦੇ ਵਿੱਚ ਹੀ ਨਹੀਂ ਹੋਣੀ ਇੱਦੋਂ ਵਧੀਆ ਨੌਕਰੀ ਕੋਈ। ਜੇ ਮੇਰਾ ਬਾਤ ਚੱਲਦਾ ਮੈਂ ਪੱਕਾ ਫਿਲ ਕਰ ਦਿੰਦਾ ਸੀ ਇਹ ਪੋਸਟਾਂ, ਪਰ ਇਹ 'ਚ ਉਮਰ 25 ਸਾਲ ਰੱਖਤੀ ਇਹਨਾਂ ਨੇ ਜਨਰਲ ਕੈਟਾਗਰੀ, ਤਾਂ ਕਰਕੇ ਨਹੀਂ ਅਪਲਾਈ ਕਰ ਸਕਿਆ। ਨਹੀਂ ਮੈਂ 101% ਇਹ 'ਚ ਅਪਲਾਈ ਜ਼ਰੂਰ ਕਰਨਾ ਸੀ। ਠੀਕ ਹੈ। ਅਤੇ ਚਲੋ ਬੱਚਿਓ, ਅਤੇ ਆਪਦਾ ਬਸ ਜਿੰਦ ਜਾਨ ਲਾ ਦਿਓ, ਅਤੇ ਨੌਕਰੀ ਲੈ ਕੇ ਹੀ ਰਹਿਣੀ ਇਹ ਤੁਸੀਂ। ਅਤੇ ਮੇਰਾ ਤੁਹਾਡਾ ਵਾਅਦਾ ਤੁਹਾਨੂੰ ਦਬਾ ਕੇ ਛੱਡੂੰਗਾ। ਬਾਕੀ ਤੁਹਾਨੂੰ ਸਾਹਮਣੇ ਦੱਸੋ ਮੈਨੂੰ ਕੁਛ ਦੱਸਣ ਦੀ ਲੋੜ ਨਹੀਂ ਤੁਹਾਨੂੰ। ਆਹ ਵੀ ਤੁਸੀਂ ਦੇਖ ਲਓ ਕਿ ਕਿੰਨੀ ਮਤਲਬ ਵਧੀਆ ਤਰੀਕੇ ਨਾਲ ਆਪਾਂ ਤੁਹਾਡੇ ਲੈਕਚਰ ਲਾ ਰਹੇ ਹਾਂ। ਇਹ ਚੀਜ਼ਾਂ ਤੁਹਾਨੂੰ ਕਿ ਪਹਿਲੀ ਗੱਲ ਤਾਂ ਤੁਹਾਨੂੰ ਪੰਜਾਬੀ ਦੇ ਵਿੱਚ ਕੋਈ ਕਿਤਾਬ ਹੀ ਨਹੀਂ ਮਿਲਣੀ ਜਿਹੜੀ ਇੰਨੀ ਡਿਟੇਲ ਦੇ ਵਿੱਚ ਦੱਸੀ ਵੀ ਹੋਵੇ। ਠੀਕ ਹੈ। ਉਹ ਵੀ ਤੁਹਾਨੂੰ ਆਹ ਚੀਜ਼ਾਂ ਡਿਟੇਲ ਦੇ ਵਿੱਚ, ਜਿਹੜੀਆਂ ਚੀਜ਼ਾਂ ਤੁਸੀਂ ਕੋਈ ਮਰਜ਼ੀ ਕਿਤਾਬ ਚੱਕ ਲਓ ਜੀ, ਤੁਹਾਨੂੰ ਆਹ ਚੀਜ਼ਾਂ ਮਿਲ ਜਾਣਗੀਆਂ, ਪਰ ਪੇਪਰ ਦੇ ਵਿੱਚ ਤੁਹਾਨੂੰ ਇਹ ਚੀਜ਼ਾਂ ਸਾਹਮਣੇ ਮਿਲਣਗੀਆਂ ਤੁਹਾਨੂੰ। ਜਾਂ ਦੇਖੋ ਹੁਣ ਜੇ ਮੰਨ ਲਓ ਪੇਪਰ ਵਾਲੇ ਨੇ ਗਾਂਧੀ ਬਾਰੇ ਚੱਕ ਲਿਆ, ਤਾਂ ਤੁਹਾਨੂੰ ਕਿਹੜੀ ਚੀਜ਼ ਆ ਬਾਈ ਮੈਂ ਜਿਹੜੀ ਗਾਂਧੀ ਬਾਰੇ ਨਹੀਂ ਕਰਵਾਈ ਵੀ? ਤੁਹਾਨੂੰ ਇਹ ਦੱਸਿਆ ਵਾ ਕਿ ਬਈ 9 ਜੈਨ 1915 ਨੂੰ ਗਾਂਧੀ ਆਇਆ ਸੀ। ਠੀਕ ਹੈ। ਉਸੇ ਦਿਨ ਨੂੰ ਭਾਰਤੀ ਪ੍ਰਵਾਸੀ ਦਿਵਸ ਦੇ ਦਿਨ ਨਾਲ ਮਨਾਇਆ ਜਾਂਦਾ ਹੈਗਾ। ਠੀਕ ਹੈ। 1920 ਦੇ ਵਿੱਚ ਨਾ ਮਿਲਵਰਤਨ ਅੰਦੋਲਨ ਚੱਲਿਆ ਸੀ। 1922 ਦੇ ਵਿੱਚ ਇਹਨਾਂ ਨੇ ਛੱਡਤਾ ਸੀ। ਠੀਕ ਹੈ। ਅਤੇ 1942 'ਚ ਭਾਰਤ ਛੱਡੋ ਅੰਦੋਲਨ ਦਾ ਨਾਅਰਾ ਦਿੱਤਾ ਸੀ। ਅਤੇ 1916 ਦੇ ਵਿੱਚ ਚੰਪਾਰਨ ਗਏ ਸੀ। ਠੀਕ ਹੈ। ਅਤੇ INC ਦੇ ਪ੍ਰਧਾਨ ਬਣੇ ਸੀ 1924 ਦੇ ਵਿੱਚ। ਠੀਕ ਹੈ। ਅਤੇ ਆਹ ਸਾਰੀਆਂ ਚੀਜ਼ਾਂ ਕਰਵਾਤੀਆਂ। ਹੁਣ ਤੁਸੀਂ ਆਪ ਦੱਸੋ ਆਪਰੇਸ਼ਨ ਰਹਿ ਕਿੱਥੇ ਗਿਆ ਮਗਰ? ਕਿੱਥੇ ਰਹਿ ਗਿਆ ਆਪਰੇਸ਼ਨ ਹੁਣ ਮਗਰ? ਕੁਛ ਲੱਗਦਾ ਤੁਹਾਨੂੰ ਕਿ ਉਸ ਚੀਜ਼ ਬਚ ਗਈ ਹੋਵੇ? ਤੋਂ ਬਾਅਦ ਕੋਈ ਹੋਰ ਆਪਰੇਸ਼ਨ ਬਣਾ ਦੇਣਗੇ ਗਾਂਧੀ ਜੀ ਤੋਂ? ਕੁਛ ਨਹੀਂ ਬਚ ਗਿਆ ਤੋਂ ਬਾਅਦ। ਜਦੋਂ ਆਪਾਂ ਸਾਰੀ ਚੀਜ਼ ਹੀ ਡਿਟੇਲ 'ਚ ਹੀ ਕਵਰ ਕਰਤੀ। ਅਸ਼ੋਕ ਦਾ ਆਪਾਂ ਸਮਰਾਟ ਅਸ਼ੋਕ ਬਾਰੇ ਇਕੱਲੀ ਉਹਦੀ ਬਹੁਤ ਸਭਾ ਦੱਸਤੀ ਆਪਾਂ ਕਿ ਇੱਥੇ ਹੋਈ ਸੀ, ਇੱਥੇ ਹੋਈ ਸੀ। ਸਾਰਨਾਥ ਤੋਂ ਉਹ ਲੈਤੇ ਗਏ ਸੀ, ਕਲਿੰਗਾ ਦੀ ਵਾਰ ਕਦੋਂ ਹੋਈ ਸੀ। ਠੀਕ ਹੈ। ਅਤੇ ਸਮਰਾਟ ਕਿਉਂ ਲਾਇਆ ਜਾਂਦਾ ਨਾ ਉਹਦੇ? ਰਹਿ ਕੀ ਗਿਆ ਹੁਣ ਮਗਰ? ਚੰਗੀ ਤਰ੍ਹਾਂ ਕਰ ਲਓ MCQ, ਚੰਗੀ ਤਰ੍ਹਾਂ MCQ ਕਰ ਲਓ ਤੁਸੀਂ ਨਾ। ਪੇਪਰ ਵਿੱਚ ਰਿਲੈਕਸ ਹੋ ਕੇ ਜਦੋਂ ਪੇਪਰ ਦਿਓਗੇ ਨਾ, ਅੱਖਾਂ ਵਿੱਚ ਇੱਕ ਵਾਰੀ ਪੇਪਰ ਪੜ੍ਹ ਕੇ ਦੁਬਾਰਾ ਅੱਖਾਂ ਵਿੱਚ ਕੇ ਉਹਦਾ ਪੇਪਰ ਦਿਓ। ਤੁਹਾਡੇ GK ਦੇ ਵਿੱਚੋਂ 30 ਦੇ ਵਿੱਚੋਂ 25 ਤੋਂ 28 ਨੰਬਰ ਵੱਟ 'ਤੇ ਪਏ ਆ। ਬਸ ਥੋੜ੍ਹੀ ਜਿਹੀ ਮਿਹਨਤ ਕਰ ਲਓ, ਪੜ੍ਹੀ ਨਾਲ ਪੜ੍ਹੀ ਚੱਲੋ। ਇਹ ਨਾ ਸੋਚੋ ਕਿ ਯਾਰ ਮੌਕੇ 'ਤੇ ਕਰ ਲਾਂਗੇ, ਮੌਕੇ 'ਤੇ ਤੁਹਾਡਾ ਰਿਵੀਜ਼ਨ ਕਰ ਲਓ ਨਾ, ਉਹੀ ਬਹੁਤ ਹੈ। ਠੀਕ ਹੈ। PDF ਤੁਹਾਨੂੰ ਮਿਲ ਜਾਣਗੇ। PDF ਦਾ ਪ੍ਰਿੰਟ ਆਊਟ ਕਢਾਉਣਾ ਹੋਇਆ ਪ੍ਰਿੰਟ ਆਊਟ ਕਢਾ ਲਿਓ।
ਜੇ ਤੁਸੀਂ ਪ੍ਰਿੰਟ ਆਊਟ ਨਹੀਂ ਕਢਵਾਉਣਾ ਮੈਂ ਤਾਂ ਕਹਿੰਦਾ PDF ਮੋਬਾਈਲ 'ਤੇ ਹੀ ਪੜ੍ਹ ਲਿਆ ਕਰੋ। ਮੋਬਾਈਲ 'ਤੇ ਪੜ੍ਹਨਾ ਸੌਖਾ ਹੁੰਦਾ। ਦੇਖੋ ਐਂ ਪੜ੍ਹ ਸਕਦੇ ਹੋ ਮੋਬਾਈਲ 'ਤੇ। ਜਿਵੇਂ ਆਹ ਰੋਕ ਲਿਆ, ਆਂਸਰ ਲਕੋ ਲਿਆ ਆਪਾਂ। ਮਹਾਤਮਾ ਗਾਂਧੀ ਕਿਦੋਂ ਜਨਮ ਹੋਇਆ ਸੀ? ਤੁਹਾਡੀ ਆਂਸਰ ਹੈ 1869। ਮੁੜ ਕੇ ਡਿਟੇਲ ਪੜ੍ਹ ਲਓ ਨਾਲ ਦੇ ਨਾਲ, ਠੀਕ ਹੈ। ਐਂ ਕਰਿਆ ਕਰੋ। ਅਤੇ ਬਾਕੀ ਭਾਈ ਮੈਂ ਤੁਹਾਡਾ ਸਾਥ ਦੇਵਾਂਗਾ ਐਂਡ ਤੱਕ, ਕੋਈ ਚੱਕਰ ਵਾਲੀ ਗੱਲ ਨਹੀਂ। ਅਤੇ ਅੱਜ ਸ਼ਾਮ ਨੂੰ PS ਟੈਟਾਂ ਦੀ ਕਲਾਸ ਵੀ ਲਾਉਣੀ ਹੈ। ਅਤੇ ਥੋੜ੍ਹਾ ਮੈਥ ਵਾਲਾ ਲੈਕਚਰ ਵੀ ਭਾਈ ਸ਼ਾਮ ਨੂੰ ਪ੍ਰੋਵਾਈਡ ਕਰੋ। ਮੈਥ ਦੇ ਲੈਕਚਰ ਨਾ ਘੱਟ ਲਾਉਣੇ ਆ, ਤੁਸੀਂ ਵੱਧ ਤੋਂ ਵੱਧ ਮੈਥ 'ਤੇ ਫੋਕਸ ਕਰੋ। ਬਹੁਤ ਸੌਖੇ ਤਰੀਕੇ ਨਾਲ ਮੈਥ ਪੜ੍ਹਾਇਆ ਜਾ। LCM HCF ਦੀ ਕਈ ਇੱਕ ਵਾਰੀ ਲਾ ਕੇ ਦੇਖ ਲਓ। ਜੇ ਕਿਸੇ ਬੱਚੇ ਨੂੰ ਮੈਥ ਔਖਾ ਲੱਗਦਾ ਹੈਗਾ ਤਾਂ ਤੁਹਾਨੂੰ ਪਤਾ ਲੱਗ ਜਾਵੇ ਪੜ੍ਹਾਉਣ ਦਾ ਤਰੀਕਾ ਕੀ ਹੈ, ਠੀਕ ਹੈ। ਧੰਨਵਾਦ ਮੇਰੇ ਦੋਸਤੋ, ਜਿਉਂਦੇ ਵੱਸਦੇ ਰਹੋ ਭਾਈ।